ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਅਤੇ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਪਿਛਲੇ ਦਿਨਾਂ ਵਿੱਚ ਦਿੱਲੀ ਯੂਨੀਵਰਸਿਟੀ ਨੇ ਆਪਣੇ ਗ੍ਰੈਜੂਏਸ਼ਨ ਕੋਰਸ ਵਿੱਚ ਕੁਝ ਤਬਦੀਲੀਆਂ ਕੀਤੀਆਂ ਨੇ। ਇਹਨਾਂ ਤਬਦੀਲੀਆਂ ਦੇ ਨਤੀਜੇ ਵਜੋਂ ਕਾਲਜਾਂ ਵਿੱਚ ਪੰਜਾਬੀ ਦੀ ਪੜ੍ਹਾਈ ਨੂੰ ਖੋਰਾ ਲੱਗਿਆ ਜਾਪਦਾ ਹੈ। ਹੁਣ ਸਿਰਫ ਕੁਝ ਕਾਲਜਾਂ ਵਿੱਚ ਹੀ ਪੰਜਾਬੀ ਪਹਿਲਾਂ ਵਾਂਗ ਪੜ੍ਹਾਈ ਜਾ ਸਕੇਗੀ, ਪਰ ਜ਼ਿਆਦਾਤਰ ਕਾਲਜਾਂ ਵਿੱਚ ਦੂਜੇ ਸਾਲ ਦੌਰਾਨ ਹੀ ਪੰਜਾਬੀ ਮਾਈਨਰ ਵਿਸ਼ੇ ਵਜੋਂ ਪੜ੍ਹਾਈ ਜਾ ਸਕੇਗੀ। ਦਿੱਲੀ ਦੇ ਪੰਜਾਬੀ ਇਹਨਾਂ ਤਬਦੀਲੀਆਂ ਦਾ ਵਿਰੋਧ ਕਰ ਰਹੇ ਨੇ। ਦਿੱਲੀ ਯੂਨੀਵਰਸਿਟੀ ਨੇ ਆਪਣੇ ਗ੍ਰੈਜੂਏਸ਼ਨ ਕੋਰਸ ਨੂੰ 3 ਸਾਲਾਂ ਤੋਂ ਵਧਾ ਕੇ 4 ਸਾਲਾਂ ਦਾ ਕਰ ਦਿੱਤਾ ਹੈ। ਇਸ ਨਾਲ ਹੁਣ ਗ੍ਰੈਜੂਏਸ਼ਨ ਲਈ ਵਿਦਿਆਰਥੀ ਨੂੰ 10+2+4 ਸਾਲਾਂ ਦੀ ਪੜ੍ਹਾਈ ਕਰਨੀ ਪਵੇਗੀ। ਪਹਿਲਾਂ ਵਿਦਿਆਰਥੀ 3 ਸਾਲਾਂ ਲਈ ਆਪਣੇ ਵਿਸ਼ੇ ਤੈਅ ਕਰਦਾ ਸੀ। ਹੁਣ ਨਵੇਂ ਕੋਰਸ ਤਹਿਤ ਵਿਦਿਆਰਥੀ ਨੂੰ ਇੱਕ ਵਿਸ਼ਾ ਡਿਸਪਲਿਨ 1 ਵਜੋਂ ਲੈਣਾ ਹੋਏਗਾ, ਜਿਸ ਦੇ 2 ਪਰਚੇ ਹੋਣਗੇ। ਇਸ ਦੇ ਨਾਲ ਫਾਊਂਡੇਸ਼ਨ ਕੋਰਸ ਦੇ 4 ਪਰਚੇ ਹੋਣਗੇ। ਦੂਜੇ ਸਾਲ ਵਿੱਚ ਡਿਸਪਲਿਨ 2 ਦੀ ਪੜ੍ਹਾਈ ਸ਼ੁਰੂ ਹੋਵੇਗੀ ਅਤੇ ਨਾਲ ਹੀ ਐਪਲਾਈਡ ਕੋਰਸ ਸ਼ੁਰੂ ਹੋ ਜਾਣਗੇ। ਡਿਸਪਲਿਨ 1 ਵਿਸ਼ਾ 4 ਸਾਲਾਂ ਦੌਰਾਨ ਪੜ੍ਹਾਇਆ ਜਾਏਗਾ ਅਤੇ ਡਿਗਰੀ ਡਿਸਪਲਿਨ 1 ਵਿਸ਼ੇ ਵਿੱਚ ਆਨਰ ਦੀ ਦਿੱਤੀ ਜਾਏਗੀ। ਨਵੇਂ ਕੋਰਸ ਤਹਿਤ ਪੰਜਾਬੀ ਨੂੰ ਡਿਸਪਲਿਨ 1 ਵਜੋਂ ਪੜ੍ਹਾਉਣ ਦੀ ਸਹੂਲਤ ਸਿਰਫ 3 ਕਾਲਜਾਂ ਵਿੱਚ ਹੋਏਗੀ, ਕਿਉਂਕਿ ਇਹਨਾਂ ਕਾਲਜਾਂ ਵਿੱਚ ਹੀ ਪੰਜਾਬੀ ਆਨਰ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ। ਬਾਕੀ ਕਾਲਜਾਂ ਵਿੱਚ ਦੂਜੇ ਸਾਲ ਦੌਰਾਨ ਪੰਜਾਬੀ ਡਿਸਪਲਿਨ 2 ਵਜੋਂ ਪੜ੍ਹਾਈ ਜਾ ਸਕੇਗੀ। ਇਹਨਾਂ ਹਾਲਾਤ ਵਿੱਚ ਦਿੱਲੀ ਦੇ ਕਾਲਜਾਂ ਵਿੱਚ ਪੰਜਾਬੀ ਦੀ ਪੜ੍ਹਾਈ ਨੂੰ ਖੋਰਾ ਲੱਗਣਾ ਤੈਅ ਹੈ। ਇਸ ਮਾਮਲੇ ਵਿੱਚ ਦਿੱਲੀ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਕਿ ਇਸ ਮੁਹਿੰਮ ਨੂੰ ਪੰਜਾਬੀ ਬਚਾਓ ਦੇ ਹਵਾਲੇ ਨਾਲ ਦੂਜੇ ਇਲਾਕਿਆਂ ਵਿੱਚ ਲਿਜਾਣਾ ਚਾਹੀਦਾ ਹੈ ਜਾਂ ਨਵੇਂ ਮਾਹੌਲ ਵਿੱਚ ਇਸ ਨੂੰ ਕਿਸੇ ਹੋਰ ਤਰ੍ਹਾਂ ਸਮਝਣ ਦੀ ਲੋੜ ਹੈ। ਦਿੱਲੀ ਯੂਨੀਵਰਸਿਟੀ ਦੇ ਗ੍ਰੈਜੂਏਸ਼ਨ ਕੋਰਸ ਵਿੱਚ ਤਬਦੀਲੀ ਹੋ ਰਹੀ ਹੈ। ਇਸ ਤਬਦੀਲੀ ਨੂੰ ਪੂਰੇ ਮੁਲਕ ਵਿੱਚ ਵਿਦਿਆ ਦੇ ਖੇਤਰ ਵਿੱਚ ਹੋ ਰਹੀਆਂ ਤਬਦੀਲੀਆਂ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਜਦੋਂ ਦਿੱਲੀ ਵਿੱਚ ਪੰਜਾਬੀ ਬਚਾਓ ਮੁਹਿੰਮ ਚੱਲ ਰਹੀ ਹੈ ਤਾਂ ਦੂਜੀਆਂ ਬੋਲੀਆਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ? ਕੀ ਦੂਜੀਆਂ ਬੋਲੀਆਂ ਦੀ ਹਾਲਤ ਨੂੰ ਪੰਜਾਬੀ ਤੋਂ ਵੱਖ ਕਰਕੇ ਵੇਖਿਆ ਜਾ ਸਕਦਾ ਹੈ? ਇਸ ਵੇਲੇ ਰੁਜ਼ਗਾਰ ਅਤੇ ਨਵੇਂ ਵਿਸ਼ਿਆਂ ਦੀ ਪੜ੍ਹਾਈ ਵਰਗੇ ਮਸਲਿਆਂ ਨੂੰ ਵੀ ਬੋਲੀ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਮੌਜੂਦਾ ਮਾਹੌਲ ਵਿੱਚ ਇਹਨਾਂ ਮਸਲਿਆਂ ਨੂੰ ਕਿਵੇਂ ਸਮਝਿਆ ਜਾਏ? ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ, ਜੋ ਪੰਜਾਬੀ ਪੜ੍ਹਾਉਂਦੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ, ਪੰਡਿਤ ਰਾਓ ਧਿਰਹੇਨਵਰ, ਜੋ ਸਮਾਜ ਸ਼ਾਸਤਰੀ ਨੇ ਤੇ ਚੰਡੀਗੜ੍ਹ ਵਿੱਚ ਪੜ੍ਹਾਉਂਦੇ ਨੇ ਕਾਲਜ ਦੇ ਵਿੱਚ, ਡਾਕਟਰ ਜਤਿੰਦਰ ਕੌਰ, ਜੋ DAV ਕਾਲਜ MCM DAV ਕਾਲਜ ਦੇ ਵਿੱਚ ਪੰਜਾਬੀ ਪੜ੍ਹਾਉਂਦੇ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਸੁਖਦੇਵ ਜੀ, ਜਿਹੜਾ ਇਹ ਕੋਰਸ ਦੇ ਵਿੱਚ ਤਬਦੀਲੀ ਹੋ ਰਹੀ ਹੈ, ਇਹਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਜਿੱਥੋਂ ਤੱਕ ਦਿੱਲੀ ਯੂਨੀਵਰਸਿਟੀ ਦਾ ਮੁੱਖ ਉਦੇਸ਼ ਸੀ ਇਸ ਕੋਰਸ ਨੂੰ ਬਦਲਣਾ, ਜੀ, ਉਹ ਸੀ ਕਿ ਡਿਗਰੀ 3 ਸਾਲ ਦੀ ਬਜਾਏ 4 ਸਾਲ ਦੀ ਇਸ ਕਰਕੇ ਕੀਤੀ ਆ ਕਿ ਉਹਨਾਂ ਨੇ ਗ੍ਰੈਜੂਏਸ਼ਨ ਦੀ ਡਿਗਰੀ ਨੂੰ ਇੱਕ ਪ੍ਰੋਫੈਸ਼ਨਲ ਡਿਗਰੀ ਦੇ ਰੂਪ 'ਚ ਬਦਲਿਆ ਹੈ। ਜੀ, 3 ਸਾਲ ਤੋਂ 4 ਸਾਲ ਦਾ ਕਰਨ ਪਿੱਛੇ ਤਰਕ ਇਹ ਸੀ ਕਿ ਜਦੋਂ ਵੀ ਬੱਚਾ ਦਿੱਲੀ ਯੂਨੀਵਰਸਿਟੀ 'ਚੋਂ ਗ੍ਰੈਜੂਏਸ਼ਨ ਕਰਕੇ ਨਿਕਲੇਗਾ ਤਾਂ ਉਹ ਪ੍ਰੋਫੈਸ਼ਨਲ ਐਕਸੀਲੈਂਸ ਲੈ ਕੇ ਨਿਕਲੇਗਾ। ਜੀ, ਮਸਲਨ ਉਹ ਕੇਵਲ ਸਿੰਪਲ ਗ੍ਰੈਜੂਏਟ ਨਹੀਂ ਹੋਏਗਾ, ਉਹਦੇ ਕੋਲੇ ਇੱਕ ਪ੍ਰੋਫੈਸ਼ਨਲ ਡਿਗਰੀ ਹੋਏਗੀ, ਇੱਕ ਵਿਸ਼ੇ ਦੇ ਉੱਤੇ ਉਹਦੀ ਮਹਾਰਤ ਮੰਨੀ ਜਾਏਗੀ। ਸੋ ਪਹਿਲਾ ਗੱਲ ਤਾਂ ਇਹ ਹੈ ਕਿ 3 ਤੋਂ 4 ਸਾਲ ਦਾ ਕਰਨ ਦਾ ਤਰਕ ਤਾਂ ਇਹ ਸੀ ਕਿ ਉਹਨਾਂ ਨੇ ਗ੍ਰੈਜੂਏਸ਼ਨ ਨੂੰ ਸਿੰਪਲ BA ਦੀ ਡਿਗਰੀ ਲੈਣ ਦੀ ਥਾਂ ਤੇ ਉਹਨਾਂ ਨੇ ਇਸ ਕੋਰਸ ਨੂੰ ਉਹਨਾਂ ਨੇ ਇੱਕ ਪ੍ਰੋਫੈਸ਼ਨਲ ਕੋਰਸ ਦੇ ਵਿੱਚ ਬਦਲਿਆ ਹੈ। ਜੀ, ਔਰ ਦੂਸਰੇ ਪਾਸੇ ਇਹ ਜਦੋਂ ਕੋਰਸ ਡਿਜ਼ਾਈਨ ਹੋਇਆ, ਇਸ ਕੋਰਸ ਨੂੰ ਡਿਜ਼ਾਈਨ ਕਰਨ 'ਚ ਜਿੱਥੇ ਮੈਨੂੰ ਲੱਗਦਾ ਕਿ ਇਹਦੇ ਘਾੜਿਆਂ ਤੋਂ ਗਲਤੀ ਹੋਈ ਆ, ਉਹ ਇਹ ਸੀ ਕਿ ਇਹਨਾਂ ਦਾ ਭਾਸ਼ਾਵਾਂ ਬਾਰੇ ਐਟੀਟਿਊਡ, ਜੀ, ਉਹ ਬਹੁਤ ਹੀ ਗੈਰ ਵਿਗਿਆਨਕ ਐਟੀਟਿਊਡ ਆ। ਜੀ, ਇਹਨਾਂ ਨੇ ਇਹ ਤਾਂ ਕੋਸ਼ਿਸ਼ ਕੀਤੀ ਕਿ ਅਸੀਂ ਬੱਚੇ ਨੂੰ ਕੰਪਿਊਟਰ ਲਿਟਰੇਸੀ ਦੇ ਦੇਣੀ ਆ, ਜੀ, ਅਸੀਂ ਬੱਚੇ ਨੂੰ ਜਰਨਲਿਜ਼ਮ ਲਿਟਰੇਸੀ ਦੇ ਦੇਣੀ ਆ, ਜੀ, ਪਰ ਉਹ ਇੱਕ ਗੱਲ ਭੁੱਲ ਗਏ ਕਿ ਭਾਸ਼ਾ ਕੇਵਲ ਇਨਫੋਰਮੇਸ਼ਨ ਦਾ ਸਾਧਨ ਜਾਂ ਮਾਧਿਅਮ ਨਹੀਂ ਹੈ। ਜੀ, ਭਾਸ਼ਾ ਇਨਫੋਰਮੇਸ਼ਨ ਦੇ ਨਾਲ ਨਾਲ ਕਿਸੇ ਨਾ ਕਿਸੇ ਵਿਅਕਤੀ ਦੀ ਜਿਹੜਾ ਉਹਦਾ ਸੱਭਿਆਚਾਰਕ ਉਹਦੇ ਰੂਟਸ ਨੇ ਉਹਦੇ ਨਾਲ ਵੀ ਜੁੜੀ ਹੁੰਦੀ ਹੈ। ਜੀ, ਸੋ ਇਹਨਾਂ ਦਾ ਭਾਸ਼ਾਵਾਂ ਬਾਰੇ ਜਿਹੜੀ ਇਹਨਾਂ ਦੀ ਨੀਤੀ ਆ ਉਹ ਇਹ ਆ ਕਿ ਇਹਨਾਂ ਦੇ ਧਿਆਨ 'ਚ ਇਹ ਆ ਕਿ ਅਸੀਂ ਜਿਹੜਾ ਤਕਨੀਕੀ ਗਿਆਨ ਆ, ਜੀ, ਉਹ ਸ਼ਾਇਦ ਭਾਸ਼ਾਵਾਂ ਤੋਂ ਬਿਨਾਂ ਦੇ ਸਕਦੇ ਹਾਂ। ਜੀ, ਤਕਨੀਕੀ ਗਿਆਨ ਵੀ ਸਾਨੂੰ ਭਾਸ਼ਾ ਦੇ ਮਾਧਿਅਮ ਰਾਹੀਂ ਦੇਣਾ ਪੈਣਾ। ਜੀ, ਸੋ ਮੈਨੂੰ ਇਹ ਲੱਗਦਾ ਆ ਕਿ ਇਸ ਕੋਰਸ ਨੂੰ ਡਿਜ਼ਾਈਨ ਕਰਨ ਲੱਗਿਆ ਜਿਹੜੀ ਸਭ ਤੋਂ ਵੱਡੀ ਕੁਤਾਹੀ ਹੋਈ ਇਹਨਾਂ ਤੋਂ, ਚੇਤ ਹੋਈ ਜਾਂ ਅਚੇਤ ਹੋਈ, ਜੀ, ਉਹ ਇਹ ਸੀ ਕਿ ਪੰਜਾਬੀ ਭਾਸ਼ਾ ਨੂੰ ਇਹਨਾਂ ਨੇ ਉਹਦੇ ਜਿਹੜਾ ਬਹੁਤ ਗੰਭੀਰ ਅਧਿਐਨ ਸੀ ਉਹਦੇ ਨਾਲੋਂ ਤੋੜਤਾ। ਹੁਣ ਹੋਏਗਾ ਕੀ ਕਿ ਬੱਚਾ ਪਹਿਲੇ ਸਾਲ ਵਿੱਚ ਜਾਂ ਪਹਿਲੇ ਸਮੈਸਟਰ ਵਿੱਚ ਜੇ ਪੰਜਾਬੀ ਵਿਸ਼ੇ ਨੂੰ ਨਹੀਂ ਵੀ ਲੈਂਦਾ ਤਾਂ ਉਹ ਸੈਕੰਡ ਸਮੈਸਟਰ ਵਿੱਚ ਫਾਊਂਡੇਸ਼ਨਲ ਕੋਰਸ ਕਰਕੇ ਅਗਲੇ ਸਾਲ 'ਚ ਪੰਜਾਬੀ ਲੈ ਲੇਗਾ। ਹੁਣ ਇਹ ਇਸੇ ਤਰ੍ਹਾਂ ਦੀ ਗੱਲ ਆ ਕਿ ਬੱਚਾ BA ਦੇ 4 ਸਾਲਾਂ ਵਿੱਚੋਂ 2 ਸਾਲ ਪੰਜਾਬੀ ਨਾ ਪੜ੍ਹੇ ਤੇ ਪਿਛਲੇ 2 ਸਾਲਾਂ 'ਚ ਪੰਜਾਬੀ ਪੜ੍ਹ ਕੇ ਉਹ ਬੱਚਾ ਉਹਨਾਂ ਬੱਚਿਆਂ ਨਾਲ ਕਿਵੇਂ ਰਲੇਗਾ ਜਿਨ੍ਹਾਂ ਨੇ ਪੰਜਾਬੀ ਨੂੰ ਇੱਕ ਐਜ ਇਲੈਕਟਿਵ ਸਬਜੈਕਟ ਪੜ੍ਹਿਆ ਹੋਏਗਾ। ਜੀ, ਹੋਇਆ ਇਹ ਆ ਕਿ ਦਿੱਲੀ ਯੂਨੀਵਰਸਿਟੀ ਪੰਜਾਬੀ ਇਲੈਕਟਿਵ ਸਬਜੈਕਟ ਦੇ ਤੌਰ ਤੇ ਖਤਮ ਹੋ ਗਿਆ ਆ। ਜੀ,
ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਕੁਲਵੀਰ, ਜਿਹੜੇ ਦਿੱਲੀ ਯੂਨੀਵਰਸਿਟੀ 'ਚ ਪੜ੍ਹਾਉਂਦੇ ਨੇ। ਆਓ ਉਹਨਾਂ ਤੋਂ ਪੁੱਛਦੇ ਹਾਂ। ਕੁਲਵੀਰ, ਜਿਹੜੀ ਇਹ ਤਬਦੀਲੀ ਹੋਈ ਹੈ, ਇਹਦਾ ਕੀ ਅਸਰ ਹੋਏਗਾ ਖਾਸ ਤੌਰ ਦੇ ਉੱਤੇ ਪੰਜਾਬੀ ਦੀ ਪੜ੍ਹਾਈ ਦੇ ਮਾਮਲੇ ਵਿੱਚ ਕਾਲਜਾਂ ਵਿੱਚ? ਅੱਛਾ ਦਲਜੀਤ ਅਮੀ ਜੀ, ਇਸ ਤਰ੍ਹਾਂ ਸੀ ਕਿ ਦਿੱਲੀ ਦੇ ਜਿਹੜੇ ਪਹਿਲਾਂ ਸੀ ਨਾ 3 ਕਾਲਜ 'ਚ ਹੀ ਆਨਰਸ ਪੜ੍ਹਾਈ ਜਾਂਦੀ ਸੀ, BA ਆਨਰਸ ਜੀ, ਤੇ ਜਿਹੜੀ ਨਵੀਂ ਚੇਂਜ ਆ ਉਹਦੇ ਮੁਤਾਬਕ ਵੀ 3 'ਚ ਹੀ ਆ ਜੀ। ਤੇ ਜਿਹੜਾ ਮਸਲਾ ਉਹ 3 ਕਾਲਜਾਂ ਦਾ ਤਾਂ ਠੀਕ ਆ ਜੀ, ਜਿਹੜਾ ਮਸਲਾ ਪਿਆ ਆ ਕਿ ਬਾਕੀ ਕਾਲਜ 'ਚ ਪਹਿਲਾਂ ਜਿਹੜੀ ਐਡਮਿਸ਼ਨ ਸੀਗੀ, ਜਿਹੜੇ 15 ਆਪਾਂ ਕਹਿ ਸਕਦੇ ਕਾਲਜ 'ਚ ਪੜ੍ਹਾਈ ਜਾਂਦੀ ਸੀ, ਜੀ, ਉਹ 'ਚ ਅਸੀਂ ਅਦਰ ਦੈਨ ਆਨਰਸ BA ਪ੍ਰੋਗਰਾਮ ਜੀ, ਪੜ੍ਹਾਉਂਦੇ ਸੀ ਜੀ। ਉਹਦੀ ਜਗ੍ਹਾ ਹੁਣ ਇਹਨਾਂ ਨੇ ਜਿਹੜਾ ਨਵਾਂ ਕੀਤਾ ਉਹ ਕਰ ਦਿੱਤਾ ਕਿ ਉਹ ਸੈਕੰਡ ਜਿਹੜਾ ਈਅਰ ਆ ਉਸ ਤੋਂ ਦੂਜੇ ਸਾਲ ਤੋਂ ਉਹ ਬੱਚਾ ਇੱਕ ਹੋਰ ਸਬਜੈਕਟ ਲੈ ਸਕਦਾ, ਉਹ 'ਚ ਪੰਜਾਬੀ ਜਾਂ ਕੋਈ ਵੀ ਲੈ ਸਕਦਾ ਜੀ। ਇਸ ਕਰਕੇ ਪਹਿਲੇ ਸਾਲ 'ਚ ਜਿਹੜੀ ਐਡਮਿਸ਼ਨ ਹੁੰਦੀ ਸੀ ਬਾਕੀ ਕਾਲਜ 'ਚ ਉਹ ਖਤਮ ਹੋਈ ਹੈ। ਮਤਲਬ ਇਸ ਸਾਲ ਜਿਹੜੇ ਇਹ 3 ਕਾਲਜਾਂ ਨੂੰ ਛੱਡ ਕੇ, ਜਿਹਦੇ ਵਿੱਚ ਗੁਰੂ ਤੇਗ ਬਹਾਦਰ ਕਾਲਜ ਹੈਗੇ ਆ, ਮਾਤਾ ਗੁਜਰੀ ਕਾਲਜ, ਗੁਰੂ ਨਾਨਕ ਦੇਵ ਖਾਲਸਾ ਕਾਲਜ ਦੇਵਨਗਰ, ਇਹਨਾਂ ਤੋਂ ਬਿਨਾਂ ਹੋਰ ਕਿਸੇ ਕਾਲਜ ਦੇ ਵਿੱਚ ਪੰਜਾਬੀ ਦਾ ਵਿਦਿਆਰਥੀ BA ਫਸਟ ਈਅਰ 'ਚ ਦਾਖਲ ਨਹੀਂ ਹੋਏਗਾ, ਇਹ ਕਹਿ ਰਹੇ ਹੋ ਤੁਸੀਂ? ਹਾਂ, ਉਹ BA ਪ੍ਰੋਗਰਾਮ, ਪਰ ਉਹਦੀ ਜਗ੍ਹਾ ਜਿਹੜਾ ਇਹਨਾਂ ਨੇ ਅਲਟਰਨੇਟਿਵ ਦਿੱਤਾ, ਉਹ ਦਿੱਤਾ ਇੱਕ ਫਾਊਂਡੇਸ਼ਨ ਕੋਰਸ ਸ਼ੁਰੂ ਕੀਤਾ ਜੀ, ਕਿ ਬੱਚਾ ਫਾਊਂਡੇਸ਼ਨ ਕੋਰਸ 'ਚ ਪੰਜਾਬੀ ਦਾ ਇੱਕ ਸਬਜੈਕਟ ਹੈ ਜੀ, ਕਿ ਜਿੱਦਾਂ ਬਹੁਤ ਸਾਰੇ ਫਾਊਂਡੇਸ਼ਨ ਕੋਰਸਸ ਹੈਗੇ ਆ, ਉਹਨਾਂ 'ਚ ਇੱਕ ਪੰਜਾਬੀ ਵੀ ਹੈ ਜੀ, ਤੇ ਉਹ ਪੰਜਾਬੀ ਲੈ ਸਕਦਾ, ਜਾਂ ਫਿਰ ਅਪਲਾਈਡ ਕੋਰਸਸ ਕੁਝ ਬਣਾਏ ਆ ਜੀ। ਪਰ ਜਿਹੜੀ ਪਹਿਲਾਂ ਅਸੀਂ ਪਹਿਲਾਂ ਇਸ ਤਰ੍ਹਾਂ ਸੀਗਾ ਕਿ BA ਪ੍ਰੋਗਰਾਮ 'ਚ ਸਟਰੀਮ A, B, C ਕਰਕੇ ਅਸੀਂ ਵੰਡ ਕਰਦੇ ਸੀ, ਕਿ A 'ਚ ਉਹ ਬੱਚੇ ਲੈ ਲੈਂਦੇ ਸੀ ਜਿਨ੍ਹਾਂ ਨੇ 12ਵੀਂ ਤੱਕ ਪੜ੍ਹੀ ਹੋਈ ਸੀ, B 'ਚ ਉਹ ਲੈ ਲੈਂਦੇ ਸੀ ਜਿਨ੍ਹਾਂ ਨੇ 10ਵੀਂ ਤੱਕ, ਤੇ ਉਸ ਤੋਂ ਬਾਅਦ ਹੋਰ ਹੇਠਲੇ 8ਵੀਂ ਤੱਕ। ਪਰ ਉਹ ਜਿਹੜੀ ਵੰਸਵੰਤਾ ਸੀ ਐਡਮਿਸ਼ਨ ਦੀ ਪਹਿਲੇ ਸਾਲ ਤੋਂ, ਉਹ ਖਤਮ ਹੋਣ ਨਾਲ ਵਾਕਿਆ ਹੀ ਆ ਕਿ ਉਹਦੇ ਨਾਲ ਫਰਕ ਤਾਂ ਪੈਂਦਾ ਕਿ ਪਹਿਲੇ ਸਾਲ ਤੋਂ ਜਦੋਂ ਐਡਮਿਸ਼ਨ ਬੰਦ ਹੁੰਦੀ ਆ ਤੇ ਪੰਜਾਬੀ ਨੂੰ ਉਹਦੇ ਨਾਲ ਕੇਸ ਤਾਂ ਪੁੱਛਦੀ ਹੈ। ਕੁਲਵੀਰ, ਇੱਕ ਜਿਹੜਾ ਸਵਾਲ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ BA ਫਸਟ ਈਅਰ ਦੇ ਵਿੱਚ ਫਾਊਂਡੇਸ਼ਨ ਕੋਰਸ ਹੈ, ਜਿਹਦੇ ਵਿੱਚ ਪੰਜਾਬੀ ਪੜ੍ਹੀ ਜਾ ਸਕਦੀ ਹੈ, ਇਹ BA ਫਸਟ ਈਅਰ ਦੇ ਵਿੱਚ ਜਦੋਂ ਅਸੀਂ ਚੋਣਵੇਂ ਵਿਸ਼ੇ ਵਜੋਂ ਜਾਂ ਜਿਹੜਾ ਪੰਜਾਬ ਦੇ ਵਿੱਚ ਜਿਵੇਂ ਆਪਾਂ ਪੜ੍ਹਦੇ ਹਾਂ ਕੰਪਲਸਰੀ ਪੰਜਾਬੀ ਵਜੋਂ ਪੜ੍ਹਦੇ ਸੀ, ਉਹਦੇ 'ਚ ਕੀ ਫਰਕ ਹੈ? ਨਹੀਂ, ਫਾਊਂਡੇਸ਼ਨ ਕੋਰਸ ਤਾਂ ਪਹਿਲੇ ਸਮੈਸਟਰ 'ਚ ਹੀ ਹੈ ਇੱਕ ਤਰ੍ਹਾਂ ਨਾਲ। ਇਹ ਐ ਨਹੀਂਗਾ ਕਿ ਬੱਚੇ ਨੂੰ ਕਈ ਫਾਊਂਡੇਸ਼ਨ ਕੋਰਸਸ ਪੜ੍ਹਨੇ ਪੈਣਗੇ ਜੀ, 4 ਫਾਊਂਡੇਸ਼ਨ ਕੋਰਸ ਪੜ੍ਹਨੇ ਪੈਣਗੇ ਪਹਿਲੇ ਸਮੈਸਟਰ ਦੇ ਵਿੱਚ। ਉਹਦੇ 'ਚ ਇੱਕ ਜਿਹੜਾ ਉਹ ਲੈਂਗੁਏਜ ਦੀ ਵੀ ਆਪਸ਼ਨ ਲੈ ਸਕਦਾ, ਕਿ ਪੰਜਾਬੀ ਲੈਂਗੁਏਜ 'ਚ ਲੈ ਲਿਆ, ਅੰਗਰੇਜ਼ੀ 'ਚ ਲੈ ਲਿਆ ਜਾਂ ਹੋਰ ਜੀ। ਪਰ ਇਹਦੇ ਨਾਲ ਤੁਸੀਂ ਉਹ BA ਵਾਲਾ ਜਿਹੜਾ ਪ੍ਰੋਗਰਾਮ ਉਹਦਾ ਕੰਪੇਅਰ ਨਹੀਂ ਕਰ ਸਕਦੇ ਜੀ। ਇਹ ਉਸ ਤੋਂ ਤਾਂ ਬਸ ਇੱਕ ਤਰ੍ਹਾਂ ਨਾਲ ਮੁੱਢਲੇ ਗਿਆਨ ਵਾਲਾ ਹੀ ਆ, ਵੀ ਉਸ ਤਰ੍ਹਾਂ ਦਾ ਜਿਵੇਂ ਮੈਂ ਸਿਰਸਾ ਸਾਹਿਬ ਨੂੰ ਵੀ ਸੁਣ ਰਿਹਾ ਸੀਗਾ, ਤੇ ਜਿਹੜੀ ਇੱਕ ਲਿਟਰੇਚਰ ਦੀ ਗਹਿਰਾ ਅਧਿਐਨ ਹੁੰਦਾ ਆ ਜੀ, ਉਹ ਉਸ ਤਰ੍ਹਾਂ ਨਹੀਂ ਕਹਿ ਸਕਦੇ ਜੀ। ਕੁਲਵੀਰ, ਤੁਸੀਂ ਸਾਡੇ ਨਾਲ ਜੁੜੇ ਰਹੋ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਪੰਡਿਤ ਜੀ, ਮੈਂ ਤੁਹਾਤੋਂ ਪੁੱਛਣਾ ਚਾਹਾਂਗਾ, ਤੁਸੀਂ ਲਗਾਤਾਰ ਪੰਜਾਬੀ ਬਚਾਓ ਦੀ ਮੁਹਿੰਮ ਦੇ ਵਿੱਚ ਲੱਗੇ ਰਹਿੰਦੇ ਹੋ। ਚੰਡੀਗੜ੍ਹ ਦੇ ਵਿੱਚ ਤੁਸੀਂ ਸਾਈਕਲ ਮਾਰਚ ਵੀ ਕਰਦੇ ਹੋ ਤੇ ਵੱਖਰੇ ਜਗ੍ਹਾ ਦੇ ਉੱਤੇ ਜਾ ਕੇ ਤੁਸੀਂ ਮੈਮੋਰੈਂਡਮ ਵੀ ਦਿੰਦੇ ਹੋ ਕਿ ਪੰਜਾਬੀ ਨੂੰ ਲਾਗੂ ਕੀਤਾ ਜਾਵੇ। ਜਦੋਂ ਅਸੀਂ ਦਿੱਲੀ ਦੇ ਵਿੱਚ ਇਸ ਵਿਸ਼ੇ ਦੇ ਨਾਲ ਦੋ ਚਾਰ ਹੋ ਰਹੇ ਹਾਂ ਇਸ ਵੇਲੇ, ਤੁਸੀਂ ਜਿਸ ਤਰੀਕੇ ਨਾਲ ਪੰਜਾਬੀ ਦੂਜੇ ਇਲਾਕਿਆਂ 'ਚ ਨਜ਼ਰਅੰਦਾਜ਼ ਹੋ ਰਹੀ ਹੈ, ਉਹਨੂੰ ਜੋੜ ਕੇ ਦੇਖਦੇ ਹੋ ਜਾਂ ਇਹ ਕੋਈ ਵੱਖਰਾ ਮਸਲਾ ਹੈ? ਪਹਿਲੇ ਤਾਂ ਮੈਂ ਪਵਿੱਤਰ ਪੰਜਾਬੀ ਭਾਸ਼ਾ ਬੋਲਣ ਵਾਲੇ ਨੂੰ ਮੇਰਾ ਪਿਆਰ ਭਰੀ ਸਤਿ ਸ੍ਰੀ ਅਕਾਲ। ਇਸ ਭਾਸ਼ਾ ਦੀ ਪਵਿੱਤਰਤਾ ਕੁਝ ਲੋਕ ਨਹੀਂ ਪਹਿਚਾਣਦੇ, ਇਸ ਲਈ ਇਸ ਤਰ੍ਹਾਂ ਦੀ ਵਿਵਹਾਰ ਕਰਦੇ ਨੇ। ਤੇ ਇਸ ਦੇ ਇਲਾਵਾ ਨਾ ਸਿਰਫ ਪੰਜਾਬੀ ਭਾਸ਼ਾ ਦੀ ਗੱਲ ਹੈ, ਇਹ ਤਾਂ ਪ੍ਰਾਂਤੀ ਭਾਸ਼ਾ ਦੇ ਨਾਲ ਬਹੁਤ ਧੋਖਾ ਹੋ ਰਹੇ ਨੇ ਕੁਝ ਯੂਨੀਵਰਸਿਟੀ ਦੇ ਵਿੱਚ, ਤੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਬਹੁਤ ਵੱਧ ਪ੍ਰਾਂਤੀ ਭਾਸ਼ਾ ਦੇ ਤਰਫ ਉਹ ਹੋ ਰਹੇ। ਇਸ ਲਈ ਇਸ ਸਮੱਸਿਆ ਨੂੰ, ਮੁੱਦੇ ਨੂੰ ਅਸੀਂ ਰਾਸ਼ਟਰੀ ਲੈਵਲ ਤੇ ਦੇਖਣਾ ਚਾਹੀਦਾ, ਕੋਈ ਵਕਤ ਕਰਕੇ ਨਹੀਂ ਦੇਖਣਾ ਚਾਹੀਦਾ। ਮਤਲਬ ਇਹ ਸਿਰਫ ਪੰਜਾਬੀ ਦਾ ਮਸਲਾ ਨਹੀਂ, ਬਾਕੀ ਬੋਲੀਆਂ ਦਾ ਮਸਲਾ ਨਾਲ ਜੋੜ ਕੇ ਪ੍ਰਾਂਤੀ ਭਾਸ਼ਾ, ਸੂਬਾਈ ਬੋਲੀਆਂ ਸਾਰੀਆਂ ਬਹੁਤ ਇਸ ਦਾ ਮੁੱਦਾ ਹੈਗਾ ਜੀ। ਡਾਕਟਰ ਜਤਿੰਦਰ, ਜਿਹੜਾ ਇਹ ਮਸਲਾ ਹੈ, ਜਦੋਂ ਆਪਾਂ ਚੰਡੀਗੜ੍ਹ ਵਰਗੇ, ਤੁਸੀਂ ਚੰਡੀਗੜ੍ਹ ਦੇ ਵਿੱਚ ਪੰਜਾਬੀ ਪੜ੍ਹਾਉਂਦੇ ਹੋ, ਪੰਜਾਬੀ ਦੇ ਵਿੱਚ ਵੀ ਇਸ ਕਿਸਮ ਦੇ ਮਸਲੇ ਹੈਗੇ ਕਿ ਵੀ ਵਿਦਿਆਰਥੀ ਘਟ ਰਹੇ ਨੇ ਲਗਾਤਾਰ, ਤੇ ਵੱਖਰੇ ਕਾਲਜਾਂ ਨੂੰ ਜਿੰਨੇ ਵਿਦਿਆਰਥੀ ਚਾਹੀਦੇ ਹੁੰਦੇ ਨੇ ਜਾਂ ਜਿੰਨੇ ਇੱਕ ਅਧਿਆਪਕ ਨੂੰ ਉਹਨਾਂ ਨੇ ਰੋਜ਼ ਸਮਾਂ ਪੜ੍ਹਾਉਣ ਦਾ ਦੇਣਾ ਹੁੰਦਾ, ਉਹ ਪੂਰਾ ਨਹੀਂ ਹੋ ਪਾਉਂਦਾ। ਕੀ ਇਹ ਜੁੜਦੇ ਮਸਲੇ ਨੇ? ਕੀ ਬਿਲਕੁਲ। ਜਦੋਂ ਅਸੀਂ ਪੰਜਾਬੀ ਦੀ ਪੜ੍ਹਾਈ ਸਿੱਖਿਆ ਦੇ ਪੱਧਰ ਤੇ ਦੇਖਦੇ ਹਾਂ ਤੇ 3 ਲੈਵਲ ਬਣਦੇ ਨੇ ਜੀ। ਪਹਿਲਾ ਸਕੂਲ ਪੱਧਰ ਤੇ, ਫਿਰ ਕਾਲਜ ਪੱਧਰ, ਤੀਸਰਾ ਪੱਧਰ ਯੂਨੀਵਰਸਿਟੀ ਦਾ ਜੀ। ਸਾਡੇ ਕੋਲ ਪਹਿਲਾ ਪੱਧਰ ਆ ਜਿਹੜਾ, ਉੱਥੋਂ ਹੀ ਕਮੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੀ। ਚੰਡੀਗੜ੍ਹ ਦੇ ਸਾਰੇ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਫਸਟ ਲੈਂਗੁਏਜ ਪੜ੍ਹਾਉਣ ਦੀ ਪ੍ਰੋਵੀਜ਼ਨ ਨਹੀਂ ਹੈ ਜੀ। ਉਹਨਾਂ ਕੋਲ ਟੀਚਰ ਅਵੇਲੇਬਲ ਨਹੀਂ,
ਕੋਈ ਬੱਚਾ ਜੇ ਚਾਹੇ ਤਾਂ ਉਹ ਪੰਜਾਬੀ ਲੈ ਨਹੀਂ ਸਕਦਾ 10ਵੀਂ ਤੱਕ ਜੀ। ਸੋ ਪਹਿਲਾਂ ਤਾਂ ਉਹਨਾਂ ਦਾ ਸਿੱਖਿਆ ਦਾ ਅਧਿਕਾਰ ਜਿਹੜਾ ਉੱਥੇ ਹੀ ਖੋਲ੍ਹਿਆ ਗਿਆ ਜੀ। ਉਸ ਤੋਂ ਬਾਅਦ ਕਾਲਜਸ ਵਿੱਚ ਉਹਨਾਂ ਦੀ ਨਫਰੀ ਘਟ ਗਈ ਜੀ। ਕਾਲਜ ਦਾ ਪ੍ਰਾਈਵੇਟ ਕਾਲਜਾਂ ਦੇ ਆਪਣੇ ਮਸਲੇ ਨੇ ਜੀ। ਜਾਂ ਉਹਨਾਂ ਦੀਆਂ ਆਪਣੀਆਂ ਨੀਤੀਆਂ ਨੇ, ਉਹਨਾਂ ਦੇ ਤਹਿਤ ਜਿੰਨੇ ਪੀਰੀਅਡ ਬਣਦੇ ਨੇ ਉਹਨੇ ਦੇਣੇ ਨੇ ਕਿ ਨਹੀਂ ਦੇਣੇ ਨੇ, ਇਹ ਗੱਲਾਂ ਟੀਚਰ ਤੈਅ ਨਹੀਂ ਕਰਦੇ। ਉਸ ਤੋਂ ਬਾਅਦ ਤੀਜਾ ਲੈਵਲ ਆਉਂਦਾ ਹੈ ਸਿਲੇਬਸ ਦਾ। ਜਿਹੜਾ ਸਿਲੇਬਸ ਡਿਜ਼ਾਈਨ ਹੁੰਦਾ ਹੈ ਉਹਦੇ 'ਚ ਟੀਚਰ ਦੀ ਕਿਤੇ ਕੋਈ ਦਖਲਅੰਦਾਜ਼ੀ ਨਹੀਂ ਹੁੰਦੀ। ਯੂਨੀਵਰਸਿਟੀ ਪੱਧਰ ਤੇ ਸਿਲੇਬਸ ਡਿਜ਼ਾਈਨ ਹੁੰਦੇ ਆ, ਕੌਣ ਕਰਦੇ ਨੇ ਇਹ ਨਹੀਂ ਪਤਾ ਲੱਗਦਾ। ਜਿਹੜੇ ਬੋਰਡ ਆਫ ਸਟੱਡੀ ਦੇ ਮੈਂਬਰ ਹੁੰਦੇ ਨੇ ਉਹ ਅਕੈਡਮਿਕ ਕੰਮ ਘੱਟ ਤੇ ਪੋਲੀਟੀਕਲ ਕੰਮ ਵੱਧ ਕਰਦੇ ਨੇ। ਡਾਕਟਰ ਸਾਹਿਬ ਤੁਹਾਨੂੰ ਜ਼ਿਆਦਾ ਚੰਗੀ ਤਰ੍ਹਾਂ ਦੱਸ ਸਕਦੇ ਨੇ ਕਿ ਸਿਲੇਬਸ ਕਿਵੇਂ ਡਿਜ਼ਾਈਨ ਹੁੰਦੇ ਨੇ। ਬਹੁਤੀ ਵਾਰੀ ਤਾਂ ਇਹ ਹੁੰਦਾ ਹੈ ਕਿ ਹਜੇ ਸਿਲੇਬਸ ਨਵੇਂ ਛਪ ਕੇ ਆਏ ਆ, ਇਸ ਤੋਂ ਪਹਿਲਾਂ ਕਿ ਤੁਸੀਂ ਕਲਾਸ 'ਚ ਉਹਨੂੰ ਪੜ੍ਹਾਓ ਉਹਦੇ ਨਾਲ ਹੀ ਨੋਟਿਸ ਆ ਜਾਂਦਾ ਹੈ ਕਿ ਇਹ ਪਾਰਟ ਸਿਲੇਬਸ ਵਿੱਚੋਂ ਕੱਢ ਦਿੱਤਾ ਗਿਆ। ਸੋ ਇੱਥੇ ਤਾਂ ਇਹ ਗੱਲ ਵੀ ਦੇਖਣ ਵਾਲੀ ਹੈ ਕਿ ਜੇ ਇੰਨਾ ਵੀ ਧਿਆਨ ਨਹੀਂ ਰੱਖਿਆ ਗਿਆ ਸਿਲੇਬਸ ਬਣਾਉਣ ਵੇਲੇ ਕਿ ਜਿਹੜਾ ਅਸੀਂ ਸਿਲੇਬਸ ਪਾ ਰਹੇ ਹਾਂ ਕਿ ਉਹ ਅਸੀਂ ਪੜਾਉਣਾ ਹੈ ਜਾਂ ਨਹੀਂ ਪੜਾਉਣਾ, ਉਹਨੂੰ ਇੰਨੀ ਛੇਤੀ ਰਿਵਿਊ ਕਰਨ ਦੀ ਲੋੜ ਪੈ ਗਈ ਆ ਤਾਂ ਸਿਲੇਬਸ ਕਿੰਨੀ ਕੁ ਧਿਆਨ ਨਾਲ ਬਣਾਇਆ ਗਿਆ ਹੋਏਗਾ ਇਹ ਆਪਣੇ ਆਪ ਦੱਸ ਦਿੰਦਾ ਹੈ। ਪ੍ਰੋਫੈਸਰ ਸਿੱਸਾ, ਜਿਹੜਾ ਜਤਿੰਦਰ ਹੋਣਾ ਨੇ ਪੁਆਇੰਟ ਰੇਜ਼ ਕੀਤਾ ਉਹ ਚੰਡੀਗੜ੍ਹ ਤੇ ਨਹੀਂ ਲਾਗੂ ਹੁੰਦਾ, ਦਿੱਲੀ ਤੇ ਵੀ ਉਸੇ ਤਰੀਕੇ ਨਾਲ ਲਾਗੂ ਹੁੰਦਾ ਕਿਉਂਕਿ ਉਸੇ ਕਿਸਮ ਦੇ ਪ੍ਰਾਈਵੇਟ ਸਕੂਲ ਦਿੱਲੀ ਦੇ ਵਿੱਚ ਨੇ। ਉਸੇ ਤਰੀਕੇ ਨਾਲ ਜਿਹੜੀ ਵਿਦਿਆਰਥੀਆਂ ਦੀ ਦਿਲਚਸਪੀ ਪੰਜਾਬੀ ਪੜ੍ਹਨ ਦੇ ਵਿੱਚ ਹੋਏਗੀ, ਉਸੇ ਦਿਲਚਸਪੀ ਨੂੰ ਲੈ ਕੇ ਉਹ ਕਾਲਜਾਂ ਦੇ ਵਿੱਚ ਜਾਣਗੇ। ਜਦੋਂ ਇਹ ਬੁਨਿਆਦੀ ਤੌਰ ਦੇ ਉੱਤੇ ਜਿਹੜੀ ਦਿਲਚਸਪੀ ਘਟ ਰਹੀ ਹੈ ਤੇ ਵੈਸੇ ਹੀ ਅਧਿਆਪਕਾਂ ਦਾ ਜਿਹੜਾ ਕੰਮ ਹੈ ਉਹ ਉਹਨੇ ਵਿਦਿਆਰਥੀ ਨਹੀਂ ਆ ਪਾਉਂਦੇ, ਤੇ ਇਹਨੂੰ ਕਿਵੇਂ ਵੇਖਿਆ ਜਾਏ? ਮੈਂ ਦੋ ਗੱਲਾਂ ਇਸ ਸੰਬੰਧ 'ਚ ਕਹਿਣੀਆਂ। ਇੱਕ ਜਿਹੜਾ ਮਸਲਾ ਮੈਡਮ ਜਤਿੰਦਰ ਨੇ ਉਠਾਇਆ ਉਹਨਾਂ ਦੇ ਸੰਬੰਧ 'ਚ, ਔਰ ਦੂਸਰਾ ਜਿਹੜਾ ਕੁਲਵੀਰ ਜੀ ਨੇ ਇਸ਼ਾਰਾ ਕੀਤਾ ਦਿੱਲੀ ਜਿਸ ਦੇ ਸੰਬੰਧ ਵਿੱਚ। ਪੰਜਾਬ ਬਾਰੇ ਮੈਂ ਇਹ ਕਹਿਣਾ ਚਾਹੂੰਗਾ, ਖਾਸ ਤੌਰ 'ਤੇ ਚੰਡੀਗੜ੍ਹ ਬਾਰੇ। ਸਾਡੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੇ ਮਨਾਂ 'ਚ ਇੱਕ ਗਲਤ ਧਾਰਨਾ ਬਣੀ ਹੋਈ ਹੈ ਕਿ ਅੰਗਰੇਜ਼ੀ ਹੀ ਗਿਆਨ ਦਾ ਇੱਕੋ ਇੱਕ ਮਾਧਿਅਮ ਆ ਔਰ ਭਾਸ਼ਾਵਾਂ ਬਾਰੇ ਉਹਨਾਂ ਦੀ ਪਹੁੰਚ, ਇਹੋ ਧਾਰਨਾ ਤਾਂ ਦਿੱਲੀ 'ਚ ਜਾ ਕੇ ਹੋਰ ਮਜ਼ਬੂਤ ਹੋ ਜਾਂਦੀ ਆ। ਔਰ ਭਾਸ਼ਾਵਾਂ ਬਾਰੇ ਉਹਨਾਂ ਦੀ ਪਹੁੰਚ ਬਹੁਤ ਅਵਿਗਿਆਨਕ ਪਹੁੰਚ ਆ, ਗੈਰ ਵਿਗਿਆਨਕ ਪਹੁੰਚ ਆ। ਮੈਂ ਸਮਝਦਾ ਕਿ ਭਾਸ਼ਾ ਕੇਵਲ ਇਨਫੋਰਮੇਸ਼ਨ ਦਾ ਸਾਧਨ ਨਹੀਂ, ਭਾਸ਼ਾ ਦੇ ਨਾਲ ਸਾਡੇ ਸੱਭਿਆਚਾਰਕ ਸਾਡੀਆਂ ਤੰਦਾਂ ਜੁੜੀਆਂ ਹੁੰਦੀਆਂ। ਮਾਤ ਭਾਸ਼ਾ ਵਿੱਚ ਹੀ ਤੁਸੀਂ ਬੱਚੇ ਨੂੰ ਸਹੀ ਤੇ ਪ੍ਰੋਪਰ ਗਿਆਨ ਦੇ ਸਕਦੇ ਹੋ। ਡਾਕਟਰ ਯੋਗਾ ਸਿੰਘ ਹੋਣਾ ਨੇ ਇਹ ਗੱਲਾਂ ਸਿੱਧ ਕਰ ਦਿੱਤੀਆਂ ਨੇ ਆਪਣੇ ਲੇਖਾਂ ਦੇ ਵਿੱਚ ਕਿ ਮੈਡੀਕਲ ਸਾਇੰਸ ਦੀ ਪੜ੍ਹਾਈ ਜਾਂ ਵਿਗਿਆਨ ਦੀ ਪੜ੍ਹਾਈ ਵੀ ਮਾਤ ਭਾਸ਼ਾਵਾਂ 'ਚ ਹੀ ਹੋ ਸਕਦੀ ਆ। ਡਾਕਟਰ ਡੀ.ਐਸ. ਕਠਾਰੀ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ। ਡਾਕਟਰ ਡੀ.ਐਸ. ਕਠਾਰੀ ਨੇ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ ਸੀ ਕਿ ਬੱਚੇ ਲਈ ਸਭ ਤੋਂ ਵਧੀਆ ਸਕੂਲ ਉਹਦੇ ਘਰ ਦੇ ਨੇੜੇ ਦਾ ਸਕੂਲ ਆ ਤੇ ਸਿੱਖਿਆ ਦਾ ਮਾਧਿਅਮ ਉਹਦੀ ਮਾਤ ਭਾਸ਼ਾ ਹੀ ਹੋ ਸਕਦੀ ਹੈ। ਸੋ ਪਹਿਲੀ ਗੱਲ ਤਾਂ ਇਹ ਆ ਕਿ ਸਾਡੇ ਅਧਿਕਾਰੀਆਂ ਦਾ ਭਾਸ਼ਾਵਾਂ ਪ੍ਰਤੀ ਵੀ ਗੈਰ ਵਿਗਿਆਨਕ ਐਟੀਟਿਊਡ ਆ ਔਰ ਸੱਭਿਆਚਾਰਕ ਨੀਤੀਆਂ ਪ੍ਰਤੀ ਵੀ ਔਰ ਅਕਾਦਮਿਕਤਾ ਪ੍ਰਤੀ ਵੀ। ਪਰ ਪ੍ਰੋਫੈਸਰ ਸਿਰਸਾ, ਜਿਹੜਾ ਚੰਡੀਗੜ੍ਹ ਤੇ ਦਿੱਲੀ ਦੇ ਜਵਾਕ ਨੇ ਉਹਨਾਂ ਦੀ ਮਾਤ ਭਾਸ਼ਾ ਤਾਂ ਖਿਚੜੀ ਹੋ ਚੁੱਕੀ ਹੈ, ਤੇ ਕੀ ਉਹਨਾਂ ਨੂੰ ਖਿਚੜੀ ਦੇ ਵਿੱਚ ਹੀ ਪੜ੍ਹਾਇਆ ਜਾਊਗਾ? ਨਹੀਂ, ਮਾਤ ਭਾਸ਼ਾ ਕਦੇ ਵੀ ਖਿਚੜੀ ਨਹੀਂ ਹੁੰਦੀ। ਸੁਣ ਲਓ ਇੱਕ ਭਾਸ਼ਾ ਅਕਵਾਇਰਡ ਭਾਸ਼ਾ ਬੱਚਿਆਂ ਕੋਲੇ ਜਿਹੜੀ ਉਹ ਸਕੂਲਾਂ 'ਚੋਂ ਸਿੱਖਦਾ ਆ, ਕਾਲਜਾਂ 'ਚੋਂ ਸਿੱਖਦਾ ਆ। ਇੱਕ ਭਾਸ਼ਾ ਉਹਦੇ ਘਰ ਦੀ ਭਾਸ਼ਾ ਆ। ਜਿਹੜੀ ਦਿੱਲੀ ਦੀ ਭਾਸ਼ਾ ਆ ਉਹ ਘਰਾਂ ਦੇ ਵਿੱਚ ਜਿਹੜੀ ਬੋਲੀ ਜਾਂਦੀ ਭਾਸ਼ਾ ਆ, ਉਹ ਖਿਚੜੀ ਭਾਸ਼ਾ ਨਹੀਂ ਹੈ। ਦਿੱਲੀ 'ਚ 30 ਲੱਖ ਪੰਜਾਬੀ ਰਹਿੰਦੇ ਨੇ। ਮੈਂ ਦਿੱਲੀ ਦੀ ਜਿਹੜੀ ਨਵੀਂ ਸਿੱਖਿਆ ਨੀਤੀ ਆ, ਮੈਂ ਇਹਦੇ ਸੰਦਰਭ 'ਚ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਕਿ ਇੱਕ ਵਾਰੀ 1947 'ਚ ਉਜੜੇ ਉਹ ਜਿਹੜੇ ਸਿਆਸੀ ਕਾਰਨਾਂ ਕਰਕੇ ਦੇਸ਼ ਵੰਡਿਆ ਗਿਆ। ਅੱਜ ਦੇਸ਼ ਨਹੀਂ ਵੰਡਿਆ ਗਿਆ, ਪਰ ਅੱਜ ਸਾਡੇ ਸਿਆਸਤਦਾਨਾਂ ਕਰਕੇ ਜਾਂ ਸਾਡੇ ਪ੍ਰਸ਼ਾਸਨਿਕ ਅਧਿਕਾਰੀਆਂ ਕਰਕੇ ਅੱਜ ਦਿੱਲੀ ਦੇ 30 ਲੱਖ ਪੰਜਾਬੀਆਂ ਤੋਂ ਉਹਨਾਂ ਦੀ ਫਿਰ ਮਾਤ ਭਾਸ਼ਾ ਖੋਈ ਜਾ ਰਹੀ ਆ। ਪਹਿਲਾਂ ਉਹਨਾਂ ਤੋਂ ਜੰਮਣ ਭੋਖ ਹੋਈ, ਅੱਜ ਅਸੀਂ ਉਹਨਾਂ ਦੀਆਂ ਸੱਭਿਆਚਾਰਕ ਤੰਦਾਂ, ਉਹਨਾਂ ਦਾ ਨਾੜੂਆ ਕੱਟ ਰਹੇ ਹਾਂ। ਦੂਸਰੀ ਗੱਲ ਜਿਹੜੀ ਬਹੁਤ ਖਤਰਨਾਕ ਹੈ ਦੀ, ਜਿਹਦੇ ਜਿਹੜਾ ਮੈਨੂੰ ਅੰਦੇਸ਼ਾ ਆ, ਹਿੰਦੁਸਤਾਨ ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਇਹ ਬਹੁਤ ਭਾਸ਼ੀ, ਬਹੁਤ ਧਰਮੀ ਤੇ ਰੰਗਾ ਰੰਗ ਅਜ਼ਮਤ ਵਾਲਾ ਦੇਸ਼ ਆ। ਅੱਜ ਪੰਜਾਬੀ ਨੂੰ ਦਿੱਲੀ ਦੇ ਸਿੱਖ ਕਾਲਜਾਂ ਤੱਕ ਸੀਮਿਤ ਕਰ ਦੇਣਾ, ਇਹਦੇ ਖਤਰੇ ਤੁਹਾਨੂੰ ਅੱਜ ਸ਼ਾਇਦ ਤੁਹਾਨੂੰ ਨਜ਼ਰ ਨਾ ਆਉਣ, ਪਰ ਮੈਨੂੰ ਨਜ਼ਰ ਆ ਰਹੇ ਆ। ਡਾਕਟਰ ਕੁਲਵੀਰ, ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਇਹ ਤਬਦੀਲੀਆਂ ਹੋਈਆਂ ਨੇ ਗ੍ਰੈਜੂਏਸ਼ਨ ਦੇ ਕੋਰਸ ਦੇ ਵਿੱਚ, ਦਿੱਲੀ ਦੇ ਜਿਹੜੇ ਪੰਜਾਬੀ ਨੇ ਉਹਨਾਂ ਨੇ ਇਸ ਮਸਲੇ ਦੇ ਉੱਤੇ ਕਿਸ ਕਿਸਮ ਦੀ ਪਹੁੰਚ ਅਪਣਾਈ ਆ, ਕੀ ਉਹ ਸੋਚ ਰਹੇ ਨੇ? ਅੱਛਾ ਦਲਜੀਤ ਜੀ, ਇਹਦੇ ਬਾਰੇ ਜਿਹੜੀ ਦਿੱਲੀ 'ਚ ਮਸਲਾ ਉੱਠਿਆ ਨਾ, ਇਹਦੇ ਬਾਰੇ ਥੋੜੀ ਜਿਹੀ ਗਲਤਫਹਿਮੀ ਆ ਉਹ ਹੈਗੀ ਆ ਕਿ ਸਿਲੇਬਸ ਕਰਕੇ ਕੋਈ ਮਸਲਾ ਨਹੀਂ। ਪਹਿਲੀ ਗੱਲ ਜਿਹੜਾ ਮਸਲਾ ਹੈਗਾ ਉਹ ਜਿਹੜਾ 4 ਈਅਰ ਸਟਰਕਚਰ ਆਇਆ ਉਹਦੇ ਨਾਲ ਖੜਾ ਹੋਇਆ। ਠੀਕ ਹੈ, 4 ਈਅਰ ਸਟਰਕਚਰ ਦੇ ਆਉਣ ਨਾਲ ਜਿਹੜੀ ਪੰਜਾਬੀ ਪਹਿਲੇ ਸਾਲ ਤੋਂ ਹੀ ਐਡਮਿਸ਼ਨ ਹੁੰਦੀ ਸੀ ਪੰਜਾਬੀ ਦੇ
ਇੱਕ ਹੁੰਦੀ ਸੀ 2 ਤਰ੍ਹਾਂ ਦੀ ਐਡਮਿਸ਼ਨ, ਇੱਕ ਆਨਰਸ 'ਚ ਹੁੰਦੀ ਸੀ, ਇੱਕ ਅਦਰ ਦੈਨ ਆਨਰਸ ਜੀ। ਤੇ ਉਹ ਸਿਰਫ 3 ਕਾਲਜਾਂ 'ਚ ਪਹਿਲਾਂ ਆਨਰਸ ਦੀ ਹੁੰਦੀ ਸੀ, ਉਹ 3 'ਚ ਰਹਿ ਗਈ, ਬਾਕੀਆਂ 'ਚ ਪਹਿਲੇ ਸਾਲ 'ਚ ਐਡਮਿਸ਼ਨ ਖਤਮ ਹੋ ਗਈ ਜੀ। ਠੀਕ ਆ, ਤੇ ਉਹ ਦੂਜੇ ਸਾਲ 'ਚ ਹੋ ਗਈ। ਜਿਹੜਾ ਦੂਸਰੇ ਸਾਲ ਇੱਕ ਤਰ੍ਹਾਂ ਨਾਲ ਜਿਹੜਾ ਪੇਪਰ ਬਣਦਾ ਆ ਉਹਨੂੰ ਆਪਾਂ ਮਾਈਨਰ ਸਬਜੈਕਟ ਬਣਾਤਾ ਜੀ। ਠੀਕ ਆ ਜੀ ਕੁਲਵੀਰ, ਜਿਹੜੀ ਗੱਲ ਇਹ ਹੈ ਕਿ ਵੀ ਕੋਰਸ ਤੇ ਸਟਰਕਚਰ ਜਿਹੜਾ ਤੁਸੀਂ ਕਿਹਾ ਕਿ ਵੀ ਉਹਦਾ ਸਿਲੇਬਸ ਨਾਲ ਨਹੀਂ ਕੋਈ ਗੱਲ ਹੈਗੀ ਆ, ਸਿਰਫ ਸਟਰਕਚਰ ਨਾਲ ਹੈਗੀ ਆ, ਇਹ ਵੱਖ-ਵੱਖ ਕਿਵੇਂ ਨੇ ਮੈਨੂੰ ਸਮਝਾ ਦਿਓ ਜਰਾ। ਅੱਛਾ, ਦੇਖੋ ਜਿਹੜਾ ਪਹਿਲਾ ਸਟਰਕਚਰ ਸੀਗਾ ਉਹਦੇ ਮੁਤਾਬਕ ਤਾਂ ਜਿੰਨੇ ਕਾਲਜ ਸੀਗੇ 15-16 ਜਿਨ੍ਹਾਂ 'ਚ ਇਸ ਵੇਲੇ ਪੜ੍ਹਾਈ ਜਾ ਰਹੀ ਪੰਜਾਬੀ, ਸਾਰੇ ਕਾਲਜ ਪਹਿਲੇ ਸਾਲ ਤੋਂ ਐਡਮਿਸ਼ਨ ਕਰਦੇ ਸੀ ਪੰਜਾਬੀ 'ਚ ਜੀ। 3 ਕਾਲਜ ਆਨਰਸ ਸੀਗੀ, ਬਾਕੀ ਜਿਹੜੇ ਅਦਰ ਦੈਨ ਆਨਰਸ ਕਰਕੇ BA ਪ੍ਰੋਗਰਾਮ ਚਲਾਉਂਦੇ ਸੀਗੇ, BCom ਪ੍ਰੋਗਰਾਮ ਸੀਗੇ, ਉਹਨਾਂ 'ਚ ਕਰਦੇ ਸੀ। ਜੀ ਜੀ। ਨਵੇਂ ਨਾਲ ਇੱਕ ਇਹ ਕਰ ਦਿੱਤਾ ਗਿਆ ਕਿ ਇੱਕ ਬੱਚਾ DC1 ਕਰਕੇ ਯਾਨੀ ਕਿ ਡਿਸਪਲਿਨ 1 ਜੀ, ਉਹ ਇੱਕ ਮੇਨ ਪੇਪਰ ਪੜੂਗਾ ਜੀ। ਉਹ 'ਚ ਜੇ ਪੰਜਾਬੀ ਹੋ ਗਈ, ਜਿਹੜਾ ਸਬਜੈਕਟ ਲੈ ਲਿਆ ਉਹਦੇ 'ਚ ਉਹਦੀ ਆਨਰਸ ਮੰਨੀ ਜਾਏਗੀ, ਯਾਨੀ ਕਿ ਡਿਸਪਲਿਨ 1 ਆਨਰਸ ਹੋ ਗਿਆ। ਮਤਲਬ ਜਿਹਦੇ ਬਾਰੇ ਦਾਅਵਾ ਕੀਤਾ ਗਿਆ ਕਿ ਵੀ ਵਿਦਿਆਰਥੀ ਜਿਹੜਾ ਗ੍ਰੈਜੂਏਸ਼ਨ ਜਦੋਂ 4 ਸਾਲ ਮਗਰੋਂ ਕਰਕੇ ਬਾਹਰ ਨਿਕਲੇਗਾ ਤੇ ਉਹ ਮਾਹਰ ਹੋਏਗਾ, ਉਹ ਡਿਸਪਲਿਨ 1 ਵਾਲਾ ਵਿਸ਼ਾ ਹੈ, 3 ਕਾਲਜਾਂ ਦੇ ਵਿੱਚ ਉਹ ਪੰਜਾਬੀ ਵੀ ਹੋ ਸਕਦੀ ਹੈ। ਇੱਕ ਪੇਪਰ ਹੋਰ ਪੜੂਗਾ ਜੀ, ਉਹ DC2 ਹੋਊਗਾ ਜੀ। DC1 ਮੇਜਰ ਹੋ ਗਿਆ ਤੇ ਆਨਰਸ ਹੋ ਗਿਆ, DC2 ਮਾਈਨਰ ਹੋ ਗਿਆ, ਤੇ ਉਹਦੇ ਵਿੱਚ ਵੀ ਆਪਸ਼ਨਸ ਦੇ ਦਿੱਤੀਆਂ ਤੇ 3 ਪੇਪਰ ਉਹ ਕਿਸੇ ਇੱਕ ਸਬਜੈਕਟ ਦੇ ਪੜ ਸਕਦਾ, 3 ਕਿਸੇ ਦੂਸਰੇ ਦੇ ਵੀ। ਜੀ। ਇਟ ਮੀਨਸ ਪੰਜਾਬੀ ਜਿਹੜੀ ਹੈਗੀ ਉਹ ਦੂਜੇ ਸਾਲ 'ਚ ਚਲੇਗੀ। ਜੀ। ਤੇ ਦੂਸਰਾ ਉਹਦੇ 'ਚ ਵੀ ਉਹ ਇਹ ਨਹੀਂ ਹੋ ਗਿਆ ਕਿ ਉਹ ਬੱਚਾ ਜੇ ਉਹਨ ਪੰਜਾਬੀ ਲੈ ਲਈ ਤਾਂ ਉਹ ਪੂਰੇ 6 ਪੇਪਰ ਉਹਦੇ ਪੜੂਗਾ, ਉਹ 3 ਬੱਚਾ ਪੰਜਾਬੀ ਦੇ ਪੜ ਕੇ 3 ਅੰਗਰੇਜ਼ੀ ਦੇ ਜਾਂ ਕਿਸੇ ਹੋਰ ਡਿਸਪਲਿਨ ਦੇ ਵੀ ਪੜ ਸਕਦਾ। ਉਹਦੇ ਕਰਕੇ ਜਿਹੜਾ ਸੀਗਾ ਨਾ ਇਹ ਸਟਰਕਚਰ ਦੇ ਆਉਣ ਨਾਲ ਉਹ ਪੰਜਾਬੀ ਦਾ ਜਿਹੜਾ ਪੜ੍ਹਨ ਪੜਾਉਣ ਦਾ ਸੀਗਾ ਆ ਉਹ ਸੀਮਤ ਹੋ ਗਿਆ। ਜੀ ਕੁਲਵੀਰ, ਹੁਣ ਮੈਂ ਅਗਲਾ ਸਵਾਲ ਦੁਬਾਰਾ ਦੁਹਰਾਵਾਂਗਾ ਕਿ ਪੰਜਾਬੀ ਜਿਹੜਾ ਭਾਈਚਾਰਾ ਉੱਥੇ ਹੈ, ਜਿਹੜਾ ਪੰਜਾਬੀ ਨੂੰ ਲੈ ਕੇ ਚਿੰਤਾ ਕਰਦਾ, ਉਹ ਇਸ ਮਸਲੇ ਤੇ ਕੀ ਸੋਚ ਰਿਹਾ? ਦੇਖੋ ਉਹਦੇ 'ਚ ਮਸਲੇ 'ਚ ਮੇਰੀ ਵੀ ਗੱਲ ਹੋਈ, ਜਿਹੜਾ ਹੱਲ ਆਉਂਦਾ ਆ ਕਿ ਜਿੰਨੇ ਸਾਰੇ ਕਾਲਜਸ ਹੈਗੇ ਆ ਜਿੱਥੇ ਪੰਜਾਬੀ ਪੜ੍ਹਾਈ ਜਾਂਦੀ ਸੀ ਪਹਿਲਾਂ ਵੀ, ਉਹਨਾਂ ਸਾਰਿਆਂ ਨੂੰ DC1 ਕੋਰਸ ਦਿੱਤਾ ਜਾਏ ਜੀ, ਤੇ ਉੱਥੇ ਆਨਰਸ ਕੋਰਸ ਪਹਿਲੇ ਸਾਲ ਤੋਂ ਪੜ੍ਹਾਇਆ ਜਾਏ। ਇਹਦੇ ਨਾਲ ਮਸਲਾ ਬਹੁਤ ਸੋਲਵ ਹੁੰਦਾ ਆ ਜੀ। ਕਿਉਂਕਿ ਤੇ ਪਰ ਇਹਦੇ 'ਚ ਜਿਹੜੀ ਟੈਕਨੀਕਲ ਸਮੱਸਿਆ ਆ ਨਾ ਉਹ ਹੋਰ ਆ ਜੀ, ਕਿ ਆਨਰਸ ਕੋਰਸ ਪੜ੍ਹਾਉਣ ਲਈ ਘੱਟੋ ਘੱਟ 4-5 ਟੀਚਰ ਚਾਹੀਦੇ ਆ ਜੀ। ਤੇ ਸਾਡੇ ਜਿਹੜੇ ਕਾਲਜਸ ਹੈਗੇ ਆ ਦਿੱਲੀ ਯੂਨੀਵਰਸਿਟੀ ਜਿੱਥੇ ਪੰਜਾਬੀ ਪੜ੍ਹਾਈ ਜਾਂਦੀ ਆ ਆਨਰਸ ਤੋਂ ਇਲਾਵਾ, ਉੱਥੇ ਕਾਲਜਾਂ 'ਚ 1 ਜਾਂ 2 ਟੀਚਰ ਨੇ, ਕਿਸੇ 'ਚ 1 ਆ, ਕਿਸੇ 'ਚ 2। ਇਟ ਮੀਨਸ ਜਦੋਂ ਅਸੀਂ ਇਹ ਮੰਗ ਰੱਖਦੇ ਆ ਤੇ ਯੂਨੀਵਰਸਿਟੀ ਇਹਨੂੰ DC1 ਦੀ ਮੰਗ ਵਜੋਂ ਨਹੀਂ ਦੇਖਦੀ, ਉਹ ਦੇਖਦੀ ਆ ਵੀ 11-44 44 ਨਵੀਆਂ ਪੰਜਾਬੀ ਦੀਆਂ ਪੋਸਟਾਂ ਮੰਗੀਆਂ ਜਾ ਰਹੀਆਂ ਤੇ ਪੰਜਾਬੀ ਲਈ ਜਾਂ ਲੈਂਗੁਏਜ ਲਈ ਕੋਈ ਪੋਸਟ ਦੇਣ ਨੂੰ ਨਵੀਂ ਤਿਆਰ ਨਹੀਂ ਜੀ। ਕੁਲਵੀਰ, ਇਹ ਨੁਕਤਾ ਬਿਲਕੁਲ ਸਪਸ਼ਟ ਹੋ ਗਿਆ। ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ-ਬਹੁਤ ਧੰਨਵਾਦ। ਹਾਂਜੀ, ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਪਾਲਿਸੀ ਪੱਧਰ ਤੇ ਇਹ ਡਿਸਾਈਡ ਕਰਨ ਦੀ ਲੋੜ ਹੈ ਕਿ ਸਾਨੂੰ ਕੀ ਚਾਹੀਦਾ ਹੈ। ਸਾਨੂੰ ਚੰਗੇ ਨਾਗਰਿਕ ਚਾਹੀਦੇ ਨੇ, ਚੰਗੇ ਇਨਸਾਨ ਚਾਹੀਦੇ ਨੇ ਕਿ ਸਿਰਫ ਪ੍ਰੋਫੈਸ਼ਨਲ ਚਾਹੀਦੇ ਨੇ ਜੀ। ਭਾਸ਼ਾ ਦੀ ਪੜ੍ਹਾਈ ਸਿਰਫ ਇੱਕ ਭਾਸ਼ਾ ਦੀ ਪੜ੍ਹਾਈ ਨਹੀਂ ਹੈ, ਨਾ ਉਹ ਸਿਰਫ ਇੱਕ ਮਾਧਿਅਮ ਦੇ ਤੌਰ ਤੇ ਘਟਾਈ ਜਾ ਸਕਦੀ ਹੈ। ਉਹਦੇ ਨਾਲ ਸਾਡੇ ਕੋਲ ਇੱਕ ਜਿਹੜਾ ਸੰਚਿਤ ਗਿਆਨ ਹੈ, ਐਕਿਊਮੂਲੇਟਿਡ ਨੌਲੇਜ ਹੈ ਜਿਹੜੀ ਸਾਡੀ, ਉਹ ਵੀ ਜੁੜੀ ਹੋਈ ਹੈ। ਜਿਹੜਾ ਸਦੀਆਂ ਦਾ ਅਸੀਂ ਵਿਰਸਾ ਕਹਿ ਰਹੇ ਹਾਂ ਉਹ ਵੀ ਉਹਦੇ ਵਿੱਚ ਜੁੜਿਆ ਹੋਇਆ ਹੈ, ਕਦਰਾਂ ਕੀਮਤਾਂ ਜੁੜੀਆਂ ਹੋਈਆਂ ਨੇ। ਜੇ ਅਸੀਂ ਭਾਸ਼ਾ ਤੇ ਸਾਹਿਤ ਦੇ ਵਿੱਚੋਂ ਇਹ ਸਾਰਾ ਕੁਝ ਨਾ ਪੜ੍ਹਾ ਰਹੀਏ ਤਾਂ ਅਸੀਂ ਇੱਕ ਜ਼ਿੰਦਗੀ ਨੂੰ ਜਿਉਣ ਦਾ ਇੱਕ ਜਿਹੜਾ ਢੰਗ ਹੈ ਉਹ ਅਸੀਂ ਬੱਚੇ ਚੋਂ ਮਾਈਨਸ ਕਰ ਰਹੇ ਹਾਂ। ਕੁੱਲ ਮਿਲਾ ਕੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਦੋਂ ਅਸੀਂ ਪੰਜਾਬੀ ਦੀ ਜਾਂ ਮਾਂ ਬੋਲੀ ਦੀ ਪੜ੍ਹਾਈ ਦੇ ਕਿਸੇ ਵੀ ਭਾਸ਼ਾ ਦੀ ਪੜ੍ਹਾਈ ਦੀ ਗੱਲ ਕਰਦੇ ਹਾਂ ਤਾਂ ਉਹਦਾ ਮਸਲਾ ਇਹ ਹੈ ਕਿ ਵੀ ਜਿਹੜਾ ਬੰਦਾ ਪੜ੍ਹ ਰਿਹਾ ਹੈ ਉਸ ਆਪਣੀ ਮਾਂ ਬੋਲੀ ਨੂੰ, ਉਹ ਆਪਣੇ ਜਿਹੜੇ ਸੱਭਿਆਚਾਰਕ ਸਰਮਾਏ ਦੇ ਨਾਲ ਵੀ ਜੁੜ ਰਿਹਾ, ਉਹਦੇ ਤੋਂ ਉਹ ਵਾਂਝਾ ਰਹਿ ਰਿਹਾ। ਦੂਜੀ ਗੱਲ ਇਹ ਕਿ ਪੰਜਾਬੀ ਕਦੀ ਕੋਈ ਸੰਕੁਚਿਤ ਭਾਸ਼ਾ ਨਹੀਂ ਰਹੀ ਜੀ, ਇਹ 'ਚ ਦੂਜੀਆਂ ਬੋਲੀਆਂ ਦਾ ਰਲਾਅ ਬਹੁਤ ਆਮ ਹੈ ਤੇ ਇਹ ਕੋਈ ਸਟੈਟਿਕ ਲੈਂਗੁਏਜ ਵੀ ਨਹੀਂ ਹੈਗੀ। ਇਹਦੇ 'ਚ ਅੱਜ ਵੀ ਨਵੇਂ ਅੱਖਰ ਸਾਡੇ ਕੋਲ ਆ ਰਹੇ ਨੇ, ਟੈਕਨੀਕਲ ਟਰਮੀਨੋਲੋਜੀ ਅਸੀਂ ਲੈ ਰਹੇ ਹਾਂ, ਨਵੀਂ ਬਣਾ ਵੀ ਰਹੇ ਹਾਂ, ਤੇ ਇਹਦਾ ਤਾਂ ਇਹ ਮਸਲਾ ਹੀ ਨਹੀਂ ਕਿ ਇਹ ਪੰਜਾਬੀ ਕਦੀ ਸਮੇਂ ਦੇ ਨਾਲ ਨਹੀਂ ਚੱਲ ਰਹੀ। ਜੇ ਇਹ ਤਰਕ ਦੇ ਰਹੇ ਨੇ ਸਿੱਖਿਆ ਸ਼ਾਸਤਰੀ ਜਾਂ ਕੋਈ ਹੋਰ ਕਿ ਜਿਹੜੇ ਅੱਜ ਦੀ ਪੜ੍ਹਾਈ ਹੈ, ਵਿਗਿਆਨਕ ਪੜ੍ਹਾਈ ਹੈ, ਉਹ ਸਿਰਫ ਅੰਗਰੇਜ਼ੀ 'ਚ ਹੀ ਹੋ ਸਕਦੀ ਹੈ, ਤਾਂ ਇਹ ਉਹਨਾਂ ਦਾ ਤਰਕ ਬੇਬੁਨਿਆਦ ਹੈ। ਵੈਸੇ ਵੀ ਕਿਹਾ ਜਾਂਦਾ ਹੈ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਹੈ, ਕਿ ਬੱਚਾ ਆਪਣੀ ਮਾਂ ਬੋਲੀ ਛੇਤੀ ਸਿੱਖਦਾ, ਤੇ ਜਦੋਂ ਅਸੀਂ ਉਹਨੂੰ ਪਹਿਲਾਂ ਮਾਂ ਬੋਲੀ 3-4 ਸਾਲ ਸਿਖਾਉਂਦੇ ਹਾਂ, ਉਹਦੇ ਬਾਅਦ ਸਕੂਲ ਦੂਜੀ ਭਾਸ਼ਾ ਚਲਾਉਂਦੇ ਹਾਂ, ਅਸੀਂ ਉਹਦੇ ਮੁੱਢਲੇ 3 ਜਾਂ 4 ਸਾਲਾਂ ਦਾ ਐਫਰਟ ਜ਼ੀਰੋ ਕਰ ਦਿੰਦੇ ਹਾਂ, ਜਿਹੜੇ ਕਿ ਉਹਨੇ ਬਹੁਤ ਜ਼ੋਰ ਲਾ ਕੇ ਸਿੱਖੇ ਹੋਏ ਹੁੰਦੇ ਨੇ। ਮਤਲਬ ਜਿਹੜਾ ਬੱਚਾ ਹਜੇ ਸਿੱਖ ਰਿਹਾ, ਅਸੀਂ ਉਹਦੇ ਪਹਿਲੇ 4 ਸਾਲ ਵੇਸਟ ਕਰ ਦਿੱਤੇ। ਉਸ ਤੋਂ ਬਾਅਦ ਅਸੀਂ ਫਿਰ ਉਹਨੂੰ ਚਾਹੁੰਦੇ ਹਾਂ ਕਿ ਸਿਰਫ ਪ੍ਰੋਫੈਸ਼ਨਲ ਬਣੇ, ਇੱਕ ਚੰਗਾ ਨਾਗਰਿਕ ਨਾ ਬਣੇ।
ਸਾਹਿਤ ਤੇ ਭਾਸ਼ਾ ਜਿਹੜੀ ਹੈ ਉਹ ਸਾਨੂੰ ਜਿਹਨੂੰ ਅਸੀਂ ਕਹਿ ਸਕਦੇ ਹਾਂ ਐਕਸਕਲੂਸਿਵ ਸਟੱਡੀ ਜਿਹੜੀ ਉਹ ਦਿੰਦੀ ਹੈ। ਉਹ ਸਾਨੂੰ ਇੱਕ ਜੀਣ ਦਾ ਰਾਹ ਦੱਸਦੀ ਹੈ, ਤੁਹਾਨੂੰ ਮੁੱਦਿਆਂ ਨਾਲ ਜੋੜਦੀ ਹੈ, ਤੁਹਾਡਾ ਗਿਆਨ ਤੁਹਾਡੇ ਜੀਵਨ ਲਈ ਕਿਵੇਂ ਵਧੀਆ ਹੋ ਸਕਦਾ ਹੈ, ਜਾਂ ਤੁਸੀਂ ਇੱਕ ਸਾਇੰਟਿਸਟ ਵਧੀਆ ਹੋ ਕੇ ਕਿਵੇਂ ਆਪਣੇ ਸਮਾਜ ਲਈ ਕੰਟਰੀਬਿਊਟ ਕਰ ਸਕਦੇ ਹੋ, ਇਹ ਵੀ ਦੱਸਦਾ ਤੁਹਾਨੂੰ। ਇਹ ਨਹੀਂ ਕਿ ਤੁਸੀਂ ਸਿਰਫ ਆਪਣਾ ਇੱਕ ਪਰਸਨਲ ਬੈਨੀਫਿਟ ਲਈ ਕਿੱਥੇ ਪਹੁੰਚ ਸਕਦੇ ਹੋ। ਜੀ ਪ੍ਰੋਫੈਸਰ ਸਿਰਸਾ, ਇੱਕ ਜਿਹੜੀ ਗੱਲ ਰਹੀ ਹੈ ਕਿ ਵੀ ਪੰਜਾਬੀ ਬੋਲੀ ਜਾਂ ਕਿਸੇ ਵੀ ਮਾਂ ਬੋਲੀ ਦੇ ਵਿੱਚ ਪੜ੍ਹਾਈ ਜਿਹੜੀ ਬਿਹਤਰ ਢੰਗ ਨਾਲ ਕੀਤੀ ਜਾ ਸਕਦੀ ਹੈ, ਜਿਹੜਾ ਵਿਦਿਆਰਥੀ ਆ ਉਹਨੂੰ ਸਿੱਖਣ ਦੇ ਵਿੱਚ ਸੌਖ ਹੁੰਦੀ ਹੈ। ਇੱਕ ਤਾਂ ਹੈਗੀ ਇਹ ਧਾਰਨਾ ਦੇ ਪੱਧਰ ਦੇ ਉੱਤੇ ਗੱਲ, ਇਹਦੇ ਪੱਖ ਦੇ ਵਿੱਚ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ ਗਈਆਂ ਨੇ, ਪਰ ਜਦੋਂ ਅਸੀਂ ਪੰਜਾਬੀ ਨੂੰ ਮਾਧਿਅਮ ਦੇ ਤੌਰ ਦੇ ਉੱਤੇ ਵਰਤਣਾ ਤੇ ਉਹਦੇ ਵਿੱਚ ਬਹੁਤ ਸਾਰੇ ਵਿਸ਼ੇ ਪੜ੍ਹਾਉਣੇ ਨੇ ਤੇ ਉਹਦੇ ਲਈ ਬਹੁਤ ਸਾਰਾ ਤਰੱਦਦ ਕਰਨ ਦੀ ਲੋੜ ਹੈ। ਕੀ ਅਸੀਂ ਪਿਛਲੇ 50 ਸਾਲ ਤੋਂ ਜਿਹੜਾ ਇਹ ਜਾਪ ਕਰ ਰਹੇ ਹਾਂ ਕਿ ਵੀ ਪੰਜਾਬੀ ਦੇ ਵਿੱਚ ਵੀ ਪੜ੍ਹਾਇਆ ਜਾ ਸਕਦਾ ਹੈ, ਪੰਜਾਬੀ ਦੇ ਵਿੱਚ ਵੀ ਪੜ੍ਹਾਇਆ ਜਾ ਸਕਦਾ ਹੈ, ਇਸ ਜਾਪ ਦੇ ਨਾਲ ਕੋਈ ਤਰੱਦਦ ਵੀ ਪਾਇਆ? ਸਾਡੀਆਂ ਯੂਨੀਵਰਸਿਟੀਜ਼ ਨੇ ਸਾਨੂੰ ਉੱਥੇ ਤੱਕ ਲੈ ਕੇ ਵੀ ਆਂਦਾ ਕਿ ਅਸੀਂ ਸੱਚੀ ਮੁੱਚੀ ਪੜ੍ਹਾਉਣ ਦੀ ਹਾਲਤ ਵਿੱਚ ਹੈਗੇ ਹਾਂ, ਇਹ 'ਚ ਪੜ੍ਹਾਇਆ ਜਾ ਸਕਦਾ, ਉਹ ਗੱਲ ਵੱਖਰੀ ਹੈ। ਕੀ ਸਾਡੇ ਕੋਲ ਉਹ ਸਾਰੀ ਸਮੱਗਰੀ ਆਈ ਹੈ ਜਾਂ ਅਸੀਂ ਉਹਦੇ ਵੱਲ ਕੋਈ ਸੰਜੀਦਾ ਐਫਰਟ ਕੀਤਾ? ਹਾਂ, ਇਹਦੇ 'ਚ ਮੈਂ ਇੱਕ ਗੱਲ ਸਪਸ਼ਟ ਕਰ ਦਿਆਂ ਜੀ। ਇੱਕ ਤਾਂ ਭਾਸ਼ਾ ਦੀ ਕੰਪੀਟੈਂਸੀ ਆ ਜੀ, ਕਿ ਅਸੀਂ ਬੱਚੇ ਨੂੰ ਭਾਸ਼ਾ ਦੀ ਕੰਪੀਟੈਂਸੀ ਦੇਣੀ ਆ ਜੀ। ਦੂਜਾ ਹੈਗਾ ਕਿ ਉਸ ਭਾਸ਼ਾ ਦੇ ਵਿੱਚ ਅਸੀਂ ਉਹ ਸਾਰਾ ਸੋਰਸ ਮਟੀਰੀਅਲ ਉਪਲਬਧ ਕਰਾਉਣਾ ਹੈ ਜੀ, ਜਿਹੜਾ ਕਿ ਅਸੀਂ ਅੱਜ ਤੱਕ ਨਹੀਂ ਕੀਤਾ। ਜੀ। ਸਾਡੀ ਕਿਸੇ ਯੂਨੀਵਰਸਿਟੀ ਕੋਲੇ ਐਸਾ ਬਜਟ ਨਹੀਂ ਹੈ ਕਿ ਜਿਹਦੇ 'ਚ ਅਸੀਂ ਪੋਲੀਟੀਕਲ ਸਾਇੰਸ, ਇਕਨੋਮਿਕਸ ਜਾਂ ਅਪਲਾਈਡ ਸਾਇੰਸ ਦੀ ਜਿਹੜੀ ਸਾਰੀ ਟਰਮੀਨੋਲੋਜੀ ਟ੍ਰਾਂਸਲੇਟ ਕੀਤੀ ਹੋਵੇ, ਜਾਂ ਉਹਦੀਆਂ ਅਸੀਂ ਪਾਠ ਪੁਸਤਕਾਂ ਤਿਆਰ ਕੀਤੀਆਂ ਹੋਣ, ਜਾਂ ਅਸੀਂ ਉਹਨਾਂ ਦੇ ਵਾਸਤੇ ਕੁਝ ਐਸੀ ਬੇਸਿਕ ਸਮੱਗਰੀ ਤਿਆਰ ਕੀਤੀ ਹੋਵੇ ਜਿਹਦੇ ਨਾਲ ਅਸੀਂ ਸਾਇੰਸਜ਼ ਨੂੰ, ਸੋਸ਼ਲ ਸਾਇੰਸਜ਼ ਨੂੰ ਪੰਜਾਬੀ 'ਚ ਪੜ੍ਹਾ ਸਕੀਏ। ਇਹਦੇ ਲਈ ਸਾਡੀ ਕਿਸੇ ਯੂਨੀਵਰਸਿਟੀ 'ਚ ਕਦੇ ਕੋਈ ਬਜਟ ਰੱਖਿਆ ਨਹੀਂ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਹੀ ਇਸ ਕੰਮ ਲਈ ਹੋਈ ਸੀ। ਉਸ ਯੂਨੀਵਰਸਿਟੀ ਨੂੰ ਬਣਾਉਣ ਦਾ ਮਕਸਦ ਹੀ ਇਹ ਸੀ। ਔਰ ਉਸ ਤੋਂ ਪਹਿਲਾਂ ਜਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਣੀ ਆ, ਜਦੋਂ ਪੰਜਾਬ ਯੂਨੀਵਰਸਿਟੀ ਲਾਹੌਰ ਬਣੀ, ਮੈਂ ਉਸ ਤੋਂ ਵੀ ਪਿੱਛੇ ਜਾਵਾਂ, ਕੈਲਕਟਾ ਯੂਨੀਵਰਸਿਟੀ ਤੋਂ ਬਾਅਦ ਜਦੋਂ ਪੰਜਾਬ ਯੂਨੀਵਰਸਿਟੀ ਲਾਹੌਰ ਸਥਾਪਿਤ ਕੀਤੀ ਗਈ ਸੀ ਤਾਂ ਉਦੋਂ ਇਹਦਾ ਇੱਕ ਮਕਸਦ ਇਹ ਸੀ ਕਿ ਸਾਰੇ ਗਿਆਨ ਨੂੰ ਖੇਤਰੀ ਭਾਸ਼ਾਵਾਂ ਦੇ ਵਿੱਚ ਔਰ ਖਾਸ ਤੌਰ ਤੇ ਪੰਜਾਬੀ ਭਾਸ਼ਾ ਦੇ ਵਿੱਚ ਜਾਂ ਪੰਜਾਬ ਦੇ ਖਿੱਤੇ ਦੀ ਭਾਸ਼ਾ ਦੇ ਵਿੱਚ ਉਸ ਗਿਆਨ ਨੂੰ ਉਪਲਬਧ ਕਰਾਉਣਾ। ਮਤਲਬ ਅਸੀਂ ਆਪਣਾ ਜਿਹੜਾ ਮੂਲ ਆਦੇਸ਼ ਸੀ ਯੂਨੀਵਰਸਿਟੀਆਂ ਨੂੰ ਸਥਾਪਿਤ ਕਰਨ ਦਾ, ਉਸ ਆਦੇਸ਼ ਤੋਂ ਹੀ ਲਾਂਭੇ ਹੋਏ। ਨੰਬਰ 1। ਨੰਬਰ 2, ਮੈਂ ਇਹਦੇ ਨਾਲ ਇੱਕ ਹੋਰ ਗੱਲ ਜੋੜਨੀ ਚਾਹੁੰਦਾ। ਇੱਕ ਪ੍ਰੋਫੈਸ਼ਨਲ ਕੰਪੀਟੈਂਸੀ ਆ, ਇੱਕ ਭਾਸ਼ਾ ਦੀ ਕੰਪੀਟੈਂਸੀ ਆ। ਤੀਜੀ ਗੱਲ ਜਿਹੜੀ ਮੈਡਮ ਨੇ ਕਹੀ ਆ ਕਿ ਕੋਈ ਬੰਦਾ ਬਹੁਤ ਅੱਛਾ ਪ੍ਰੋਫੈਸ਼ਨਲ ਹੋ ਸਕਦਾ ਆ, ਕਿਸੇ ਹੋਰ ਬੰਦੇ ਕੋਲ ਭਾਸ਼ਾ ਦੀ ਕੰਪੀਟੈਂਸੀ ਹੋ ਸਕਦੀ ਆ। ਕੀ ਉਹ ਇੱਕ ਜ਼ਿੰਮੇਵਾਰ ਨਾਗਰਿਕ ਵੀ ਹੈ? ਉਹ ਵੈਲਿਊਜ਼ ਉਹਦੀ ਪ੍ਰੋਫੈਸ਼ਨਲ ਕੰਪੀਟੈਂਸੀ ਨੇ ਵੈਲਿਊਜ਼ ਨਹੀਂ ਦੇਣੀਆਂ। ਕੱਲੀ ਭਾਸ਼ਾ ਦੀ ਕੰਪੀਟੈਂਸੀ ਨੇ ਵੈਲਿਊਜ਼ ਨਹੀਂ ਦੇਣੀਆਂ। ਵੈਲਿਊਜ਼ ਬੰਦੇ ਨੂੰ ਲਿਟਰੇਚਰ ਨੇ, ਆਰਟ ਨੇ, ਕਲਚਰ ਤੋਂ ਆਉਣ ਵਾਲੀਆਂ ਚੀਜ਼ਾਂ ਨੇ ਵੀ ਦੇਣੀਆਂ। ਸੋ ਇੱਕ ਗੱਲ ਇਹ। ਦੂਸਰੀ ਗੱਲ, ਜਿਹੜੀ ਗੱਲ ਮੈਂ ਫਿਰ ਖਤਰੇ ਵੱਲ, ਕੁਲਵੀਰ ਜੀ ਨੇ ਕਾਫੀ ਗੱਲਾਂ ਸਪਸ਼ਟ ਕਰਤੀਆਂ। ਹੁਣ ਦਿੱਲੀ ਯੂਨੀਵਰਸਿਟੀ ਕਰ ਕੀ ਰਹੀ ਆ? ਦਿੱਲੀ ਯੂਨੀਵਰਸਿਟੀ ਦੇ ਜਿਹੜਾ ਨਵਾਂ ਪ੍ਰੋਫੈਸ਼ਨਲ ਕੋਰਸ ਹੈਗਾ, ਉਹਦੇ 'ਚ ਉਹਨਾਂ ਨੇ ਸ਼ੁਰੂ 'ਚ ਜਿਹੜੀ ਕਤਾਈ ਕੀਤੀ ਆ ਉਹ ਇਹ ਆ ਕਿ ਅਸੀਂ ਬੱਚੇ ਨੂੰ ਇੱਕੋ ਵੇਲੇ ਇੱਕ ਤੋਂ ਵੱਧ ਭਾਸ਼ਾਵਾਂ ਦਾ ਮਾਹਰ ਬਣਾ ਦੇਣਾ ਆ ਤੇ ਬੰਦੇ ਨੂੰ ਇੱਕ ਤੋਂ ਵੱਧ ਕਿੱਤਿਆਂ ਦਾ ਜਾਂ ਇੱਕ ਤੋਂ ਵੱਧ ਪ੍ਰੋਫੈਸ਼ਨ ਦਾ ਮਾਹਰ ਬਣਾ ਦੇਣਾ। ਜਿਵੇਂ ਫਾਊਂਡੇਸ਼ਨ ਕੋਰਸ ਕੀ ਨੇ, ਫਾਊਂਡੇਸ਼ਨ ਕੋਰਸ ਵਿੱਚ ਬੰਦਾ ਇੱਕੋ ਸਮੇਂ 2 ਭਾਸ਼ਾਵਾਂ ਪੜ੍ਹ ਸਕਦਾ ਆ, ਇੱਕ ਮੇਜਰ ਇੱਕ ਮਾਈਨਰ, ਔਰ ਇਸੇ ਤਰ੍ਹਾਂ ਹੀ ਉਹ ਇੱਕੋ ਸਮੇਂ ਕਈ ਪ੍ਰੋਫੈਸ਼ਨਲ ਕੋਰਸ ਵੀ ਲੈ ਸਕਦਾ ਆ। ਉਹ ਇੱਕੋ ਵੇਲੇ ਇਹ ਕਹਿ ਰਹੇ ਨੇ ਕਿ ਅਸੀਂ ਪੰਜਾਬੀ 'ਚ ਬੱਚੇ ਨੂੰ ਕੰਪਿਊਟਰ ਲਿਟਰੇਸੀ ਦਿਆਂਗੇ, ਨਾਲ ਹੀ ਇਹ ਕਹਿ ਰਹੇ ਨੇ ਕਿ ਅਸੀਂ ਪੰਜਾਬੀ 'ਚ ਬੱਚੇ ਨੂੰ ਜਰਨਲਿਜ਼ਮ ਦੇ ਪੇਪਰ ਦੇ ਕੇ ਉਹਨੂੰ ਪੰਜਾਬੀ ਦੀ ਜਰਨਲਿਜ਼ਮ 'ਚ ਪਰਫੈਕਟ ਬਣਾ ਦਾਂਗੇ। ਹੋਏਗਾ ਕੀ ਕਿ ਉਹ ਕਿਸੇ ਵੀ ਚੀਜ਼ ਦਾ ਪਰਫੈਕਟ ਨਹੀਂ ਹੋਏਗਾ, ਉਹਨੂੰ ਥੋੜਾ ਗਿਆਨ ਹੋਏਗਾ। ਐਕਚੁਅਲੀ ਇਹ ਸਾਰਾ ਕੁਝ ਕਾਹਦੇ ਲਈ ਹੋ ਰਿਹਾ? ਇਹ ਸਾਰਾ ਕੁਝ ਬਾਜ਼ਾਰ ਦੀ ਮੰਗ ਅਨੁਸਾਰ ਹੋ ਰਿਹਾ ਕਿ ਬਾਜ਼ਾਰ ਨੂੰ ਸਪੈਸ਼ਲਿਸਟ ਨਹੀਂ ਚਾਹੀਦੇ, ਬਾਜ਼ਾਰ ਨੂੰ ਛੋਟੇ ਜਿਹੜੇ ਹੈਗੇ ਨਾ ਕਾਰੀਗਰ ਚਾਹੀਦੇ ਆ, ਛੋਟੇ ਉਹਨੂੰ ਕਰਿੰਦੇ ਚਾਹੀਦੇ ਆ, ਜਿਹੜੇ ਜੇ ਲੋੜ ਪਵੇ ਤਾਂ ਉਹ ਜਰਨਲਿਜ਼ਮ ਚੱਲ ਜੇ, ਲੋੜ ਪਵੇ ਤਾਂ ਕੰਪਿਊਟਰ ਚਲਾ ਲੇ, ਲੋੜ ਪਵੇ ਤਾਂ ਉਹ ਕੋਈ ਨਿੱਕਾ ਮੋਟਾ ਹੋਰ ਕੰਮ ਕਰ ਲੇ। ਪੰਡਿਤ ਜੀ, ਮੈਂ ਤੁਹਾਨੂੰ ਇੱਕ ਆਖਰੀ ਸਵਾਲ ਪੁੱਛਣਾ ਚਾਹੁੰਦਾ ਕਿ ਤੁਸੀਂ ਸਮਾਜ ਸ਼ਾਸਤਰ ਪੜ੍ਹਾਉਂਦੇ ਹੋ, ਕਰਨਾਟਕ ਤੋਂ ਆ ਕੇ ਤੁਸੀਂ ਪੰਜਾਬ ਦੇ ਵਿੱਚ ਆ ਕੇ ਪੰਜਾਬੀ ਸਿੱਖੀ ਹੈ ਤੇ ਸਮਾਜ ਸ਼ਾਸਤਰ ਪੰਜਾਬੀ 'ਚ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਹੋ। ਕੀ ਤੁਹਾਨੂੰ ਪੰਜਾਬੀ 'ਚ ਪੜ੍ਹਾਉਣਾ ਸੁਖਾਲਾ ਲੱਗਦਾ ਹੋ, ਜਾਂ ਪੰਜਾਬੀ ਪੜ੍ਹਾਉਣ ਦੇ ਲਈ ਜੋ ਤੁਹਾਨੂੰ ਸਮੱਗਰੀ ਚਾਹੀਦੀ ਹੁੰਦੀ ਹੈ ਉਹ ਮਿਲ ਜਾਂਦੀ ਹੈ? बिल्कुल नहीं मिलते हैं जी। बहुत संकट, बहुत ना सिर्फ टीचर्स बल्कि स्टूडेंट्स भी ये
ਸਮੱਸਿਆ ਫੇਸ ਕਰਦੇ ਨੇ, ਉਹਨਾਂ ਦੇ ਕੋਲ ਚੰਗੀ ਕਿਤਾਬ ਨਹੀਂ ਹੈ। ਇਹ ਯੂਨੀਵਰਸਿਟੀ ਦੀ ਕੰਮ ਨਹੀਂ ਹੁੰਦੀ ਹੈ, ਬਲਕਿ ਇਹ ਪ੍ਰੋਫੈਸਰ ਲੋਕਾਂ ਦੀ ਕੰਮ ਹੁੰਦੀ ਹੈ ਕਿਤਾਬ ਲਿਖਣ ਦੀ। ਕਿੰਨੇ ਪ੍ਰੋਫੈਸਰ ਹੈਗੇ ਨੇ ਕਿਤਾਬ ਲਿਖਿਆ ਹੈ, ਦੱਸੋ ਮੈਨੂੰ। ਇੰਨੇ ਸਾਰੇ 6 ਪੇ ਕਮਿਸ਼ਨ ਦੇ ਵਿੱਚ ਪੈਸੇ ਲੈਂਦੇ ਨੇ ਪ੍ਰੋਫੈਸਰਸ, ਇੰਨੇ ਵਧੀਆ ਵਧੀਆ ਕਿਤਾਬ ਨਹੀਂ ਲਿਖਿਆ ਹੈ ਹੁਣ ਤੱਕ ਪੰਜਾਬੀ ਭਾਸ਼ਾ ਵਿੱਚ। ਸੋਸ਼ੀਓਲੋਜੀ 20-30 ਸਾਲ ਤੋਂ ਪੜ੍ਹਾ ਰਹੇ ਨੇ, ਪਰ ਪੰਜਾਬੀ ਭਾਸ਼ਾ ਵਿੱਚ ਕਿਤਾਬ ਨਹੀਂ ਲਿਖਦੇ। ਪਬਲਿਕ ਐਡਮਿਨਿਸਟ੍ਰੇਸ਼ਨ ਪੜ੍ਹਾਉਂਦੇ ਨੇ, ਪੰਜਾਬੀ ਵਿੱਚ ਪਬਲਿਕ ਐਡਮਿਨਿਸਟ੍ਰੇਸ਼ਨ ਕਿਤਾਬ ਨਹੀਂ ਲਿਖਦੇ ਪ੍ਰੋਫੈਸਰਸ। ਸੈਲਰੀ ਤੋਂ ਲੈ ਲੈਂਦੇ ਨੇ, ਪਰ ਤੁਸੀਂ ਯੂਨੀਵਰਸਿਟੀ ਤੋਂ ਮੰਗ ਨਹੀਂ ਕਰ ਸਕਦੇ ਇਹੋ ਜਿਹਾ ਕਿਤਾਬ ਜਾਂ ਸਾਮਗਰੀ। ਯੂਨੀਵਰਸਿਟੀ ਤੋਂ ਵੀ ਮੰਗ ਕਰਨੀ ਚਾਹੀਦੀ ਹੈ, ਪਰ ਆਪ ਵੀ ਕੰਮ ਕਰਨਾ ਚਾਹੀਦਾ। ਇਹੋ ਜਿਹਾ ਕੰਮ ਨਹੀਂ ਹੋਇਆ। ਨਹੀਂ, ਕਰਨਾਟਕ ਦੇ ਵਿੱਚ ਤੁਸੀਂ ਜੇਕਰ ਦੇਖੋਗੇ, ਪ੍ਰੋਫੈਸਰ ਯੂਆਰ ਅਨੰਤ ਮੂਰਤੀ ਗਿਆਨਪੀਠ ਅਵਾਰਡੀ, ਉਹ ਇੰਗਲਿਸ਼ ਪੜ੍ਹਾਉਂਦੇ ਨੇ, ਪਰ ਕੰਨੜ ਭਾਸ਼ਾ ਵਿੱਚ ਲਿਖ ਕੇ ਗਿਆਨਪੀਠ ਪੁਰਸਕਾਰ ਹਾਸਿਲ ਕਰ ਦਿੱਤੇ ਨੇ। ਤੇ ਹਰੇਕ ਯੂਨੀਵਰਸਿਟੀ ਦੇ ਵਿੱਚ ਸਾਮਗਰੀ ਕੰਨੜ ਵਿੱਚ ਅਨੁਵਾਦ ਹੋਇਆ ਹੈ, ਪਰ ਇੱਥੇ ਪੰਜਾਬ ਦੇ ਵਿੱਚ ਇਹੋ ਜਿਹਾ ਅਨੁਵਾਦ ਨਹੀਂ ਹੋਇਆ ਹੈ। ਤੁਸੀਂ ਸਾਰੇ ਅੱਜ ਦੀ ਚਰਚਾ 'ਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਪੰਜਾਬੀ ਬੋਲੀ ਸਾਡੀ ਮਾਂ ਬੋਲੀ ਹੈ, ਇਸ ਦੀ ਚਿੰਤਾ ਕਰਨਾ ਜ਼ਰੂਰੀ ਹੈ, ਪਰ ਕੀ ਇਹ ਮਸਲਾ ਸਿਰਫ ਹੀਰਵੇ ਵਸ ਹੀ ਵਿਚਾਰਿਆ ਜਾਣਾ ਚਾਹੀਦਾ ਹੈ? ਜੇ ਅਸੀਂ ਪੰਜਾਬੀ ਨੂੰ ਨਵੇਂ ਗਿਆਨ ਦੇ ਹਾਣ ਦਾ ਨਹੀਂ ਬਣਾਉਂਦੇ, ਪੰਜਾਬੀ ਨੂੰ ਮੌਜੂਦਾ ਦੌਰ ਦੀ ਨਫਾਸਤ ਨਾਲ ਨਹੀਂ ਸ਼ਿੰਗਾਰਦੇ, ਤਾਂ ਸਾਡੀ ਸੰਜੀਦਗੀ ਸਵਾਲਾਂ ਦੇ ਘੇਰੇ ਵਿੱਚ ਹੈ। ਪੰਜਾਬੀ ਬੰਦੇ ਨੂੰ ਸਿਰਫ ਰੁਜ਼ਗਾਰ, ਡਿਗਰੀਆਂ ਜਾਂ ਨੌਕਰੀਆਂ ਲਈ ਹੀ ਨਹੀਂ, ਸਗੋਂ ਪੰਜਾਬੀ ਹੋਣ ਲਈ ਵੀ ਪੰਜਾਬੀ ਲਿਖਣੀ, ਬੋਲਣੀ, ਪੜ੍ਹਨੀ ਪਏਗੀ। ਤਾਂ ਹੀ ਵਿਦਿਅਕ ਅਦਾਰੇ ਪੰਜਾਬੀ ਦੀ ਕਦਰ ਕਰਨਗੇ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।